ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮੋ ਕਾਲ ਕਾਲੇ ਨਮਸਤ ਸਤ ਦਇਆਲੇ। ਨਮਸਤੰ ਅਬਰਨੇ ਨਮਸਤੰ ਅਮਰਨੇ। ਨਮਸਤੰ ਜਰਾਰੰ ਨਮਸਤੰ ਗਿਰਤਾਰੰ। ਨਮੋ ਸਰਬ ਧੰਦੇ ਨਮੋ ਸਤ ਅਬੰਦੇ। ਨਮਸਤੰ ਜਰਾਰੰ ਨਮਸਤੰ ਗਿਰਤਾਰੰ। ਨਮੋ ਸਰਬ ਧੰਦੇ ਨਮੋ ਸਤ ਅਬੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਦੀਨ ਅਤੇ ਦੁਨੀਆ ਦੇ ਰਾਖੇ ਮਨੁੱਖਤਾ ਦੇ ਸਾਂਝੇ ਰਹਿਬਰ ਗੁਰਤਾ ਗੱਦੀ ਤੇ ਸੁਭਾਇਮਾਨ ਹਲਤ ਪਲਤ ਕੇ ਰੱਖਿਅਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਵਾਲੀਏ ਕੁਲ ਆਲਮ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਨੇ ਮਹਾਨ ਗਰੀਬ ਨਵਾਜ਼ੀ ਆਪਣੇ ਸਾਰਿਆਂ ਤੇ ਕੀਤੀ। ਹਰ ਰੋਜ਼ ਦੀ ਤਰ੍ਹਾਂ ਆਪਣੇ ਪਾਵਨ ਪਵਿੱਤਰ ਗੁਰਧਾਮ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਆ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੂਹ ਸ਼ਹੀਦ ਸਿੰਘਾਂ ਦਾ ਜਿਨ੍ਹਾਂ ਨੇ ਤਰਸ ਕਰਕੇ ਆਪਣੇ ਚਰਨਾਂ ਦੀ ਕਦਮ ਬੋਸ਼ੀ ਬਖਸ਼ੀ। ਜਿਨ੍ਹਾਂ ਬ੍ਰਹਮ ਗਿਆਨੀ ਸ਼ਹੀਦਾਂ ਦੀ ਚਰਨ ਧੂੜੀ ਨੂੰ ਪ੍ਰਾਪਤ ਕਰਨ ਵਾਸਤੇ ਬੇਅੰਤ ਦੁਨੀਆ ਤਰਸ ਰਹੀ ਹੈ, ਬੇਅੰਤ ਜੀਵ ਤਰਸ ਰਹੇ ਆ, ਤੇ ਆਪਣੇ ਕਿੰਨੇ ਵੱਡੇ ਭਾਗ ਨੇ ਉਹਨਾਂ ਬ੍ਰਹਮ ਗਿਆਨੀ ਸ਼ਹੀਦਾਂ ਦੀ ਹਰ ਰੋਜ਼ ਚਰਨ ਧੂੜ ਅਸੀਂ ਆਪਣੇ ਮਸਤਕ ਨੂੰ ਲਾਉਂਦੇ ਹਾਂ। ਹਰ ਰੋਜ਼ ਸਾਨੂੰ ਉਹ ਆਪਣੀ ਗੋਦ ਵਿੱਚ ਬਿਠਾ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਸਮਾਂ ਬਖਸ਼ਦੇ ਨੇ। ਪਰਮਾਤਮਾ ਦੀਆਂ ਪਰਮੇਸ਼ਰ ਦੀਆਂ ਸਿਫਤਾਂ ਉਸ ਪਿਆਰੇ ਦੇ ਗੀਤ ਗਾਉਣ ਦਾ ਸੁਭਾਗ ਸਮਾਂ ਬਖਸ਼ਦੇ ਨੇ। ਇਹ ਸਾਡੇ ਉੱਤਮ ਕਰਮ ਨੇ। ਆਪ ਜੀ ਨੇ ਬਹੁਤ ਪਿਆਰ ਸਤਿਕਾਰ ਨਾਲ ਰੱਬੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸ਼੍ਰੀ ਜਾਪ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸਾਂਝ ਪਾ ਕੇ
ਆਪਾਂ ਆਪਣੇ ਸਮੇਂ ਨੂੰ ਵੀ ਉੱਤਮ ਕਰਨਾ ਹੈ ਔਰ ਆਪਣੇ ਕਰਮਾਂ ਨੂੰ ਹੋਰ ਉੱਤਮ ਕਰਨਾ ਹੈ। ਹੋਰ ਅਸੀਂ ਉੱਤਮ ਕਰਮਾਂ ਵਾਲੇ ਬਣਨਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਕੇ। ਔਰ ਇਹ ਵੀ ਗੱਲ ਖਿਆਲ ਵਿੱਚ ਰੱਖਣੀ ਹੈ, ਜਿਹਦੀਆਂ ਅਸੀਂ ਬਾਤਾਂ ਪਾ ਰਹੇ ਹਾਂ, ਜਿਹਨੂੰ ਅਸੀਂ ਯਾਦ ਕਰ ਰਹੇ ਹਾਂ, ਜਿਸ ਪਰਮੇਸ਼ਰ ਦੀ ਅਸੀਂ ਸਿਫਤ ਸਲਾਹ ਕਰ ਰਹੇ ਹਾਂ, ਸਿੰਘ ਸ਼ਹੀਦ ਵਿੱਚ ਵਰਤ ਕੇ ਉਹ ਸਿਫਤ ਸਲਾਹ ਕਰਵਾ ਰਹੇ ਨੇ। ਬੇਅੰਤ ਦੈਵੀ ਸ਼ਕਤੀਆਂ, ਦਿਵ ਸ਼ਕਤੀਆਂ ਵਿੱਚ ਵਰਤ ਕੇ ਉਸ ਪਰਮਾਤਮਾ ਦੇ ਗੀਤ ਗਾਉਣ ਵਿੱਚ, ਉਹਦੀ ਸਿਫਤ ਸਲਾਹ ਕਰਨ ਵਿੱਚ ਆਪਣੀ ਸਾਰਿਆਂ ਦੀ ਮਦਦ ਕਰ ਰਹੇ ਨੇ। ਅਸੀਂ ਉਸ ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ ਉਸ ਵੱਡੇ ਦੇ ਵਿੱਚ ਸਮਾਉਣਾ ਵੀ ਹੈ। ਜਿਸ ਕਰਤੇ ਦੀਆਂ ਅਸੀਂ ਬਾਤਾਂ ਪਾ ਰਹੇ ਹਾਂ, ਉਸ ਕਰਤੇ ਤੱਕ ਅਸੀਂ ਪਹੁੰਚਣਾ ਵੀ ਹੈ। ਉਸ ਪਰਮੇਸ਼ਰ ਨੂੰ ਅਸੀਂ ਮਿਲਣਾ ਵੀ ਹੈ, ਜਿਸ ਪਰਮੇਸ਼ਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਮਸਕਾਰਾਂ ਕਰ ਰਹੇ ਨੇ। ਉਸ ਪਰਮੇਸ਼ਰ ਦੇ ਵਿੱਚ ਆਪਾਂ ਸਾਰਿਆਂ ਨੇ ਅਭੇਦ ਵੀ ਹੋਣਾ, ਜੋ ਕਿ ਸਾਡਾ ਜੀਵਨ ਦਾ ਮਨੋਰਥ ਹੈ। ਆਈ ਅਸੀਂ ਅਸਲ ਵਿੱਚ ਇਸ ਕੰਮ ਲਈ ਇਸ ਦੁਨੀਆ 'ਤੇ ਆਏ ਹਾਂ। ਪਰਮਾਤਮਾ ਨੂੰ ਮਿਲਣ ਵਾਸਤੇ ਸੰਸਾਰ ਵਿੱਚ ਇਹ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਬਾਕੀ ਸਾਰੇ ਕੰਮ ਜੋ ਹੈ ਨੇ, ਇੱਕ ਸੰਸਾਰਕ, ਇੱਕ ਸਮਾਜਿਕ ਤੌਰ 'ਤੇ ਕਿਤੇ ਨਾ ਕਿਤੇ ਸਾਡੇ ਸਾਰਥਕ ਔਰ ਸਹਾਈ ਹੋ ਸਕਦੇ ਹੈ। ਬਾਕੀ ਤਾਂ ਸਾਰਾ ਮੇਨ ਮਕਸਦ ਸਾਡਾ ਪਰਮਾਤਮਾ ਨੂੰ, ਪਰਮੇਸ਼ਰ ਨੂੰ ਮਿਲਣਾ ਹੈ। ਇੱਕ ਬਚਨ ਪਾਤਸ਼ਾਹ ਨੇ ਬਖਸ਼ਿਆ ਹੈ, ਔਰ ਉਸ ਬਚਨ ਵਿੱਚ 3 ਕੰਮ ਕਰਨ ਵਾਸਤੇ ਸਾਨੂੰ ਕਿਹਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ। ਸਿੱਖ ਦਾ ਕੰਮ ਕੀ ਹੈ? ਸਿੱਖ ਲਈ ਗੁਰੂ ਸਾਹਿਬ ਦਾ ਹੁਕਮ ਕੀ ਹੈ? ਗੁਰਸਿੱਖ ਨੂੰ ਸਤਿਗੁਰਾਂ ਨੇ ਉਪਦੇਸ਼ ਕੀ ਦਿੱਤਾ? ਗਾਵੋ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬੜੇ ਖੁੱਲ੍ਹੇ ਰੂਪ ਵਿੱਚ ਸਾਰਿਆਂ ਨੂੰ ਆਵਾਜ਼ ਮਾਰ ਦਿੱਤੀ। ਕਿਸੇ ਇੱਕ ਦਾ ਨਾਮ ਲੈ ਕੇ ਨਹੀਂ ਮਹਾਰਾਜ ਨੇ ਕਿਹਾ। ਜੇ ਇੱਕ ਦਾ ਨਾਮ ਲਿਆ ਹੁੰਦਾ ਤੇ ਸਾਨੂੰ ਲੱਗਣਾ ਸੀ ਵੀ ਇਹ ਤਾਂ ਉਸੇ ਨੂੰ ਆਵਾਜ਼ ਵੱਜੀ ਹੈ, ਸਾਨੂੰ ਥੋੜ੍ਹਾ ਕਿਹਾ। ਗਾਵੋ, ਪਹਿਲਾ ਬਚਨ ਕੀ ਹੈ? ਗਾਵੋ ਸੁਣੋ ਪੜ੍ਹੋ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਫਿਰ ਦੂਸਰਾ ਸ਼ਬਦ ਕੀ ਆਇਆ? ਪੜ੍ਹੋ। ਆਇਓ ਸੁਣਨ ਪੜ੍ਹਨ ਕੋ ਬਾਣੀ। ਅਸੀਂ ਬਾਣੀ ਪੜ੍ਹਨ ਵਾਸਤੇ ਆਏ ਹਾਂ। ਅਸੀਂ ਗੁਰ ਇਤਿਹਾਸ ਪੜ੍ਹਨਾ ਹੈ, ਸਾਡਾ ਜੀਵਨ ਦਾ ਮੁੱਢਲਾ ਕਰਮ ਹੈ। ਗੁਰਸਿੱਖ ਨੂੰ ਇਹ ਹਦਾਇਤ ਹੈ, ਇਹ ਹੁਕਮ ਹੈ ਗੁਰੂ ਸਾਹਿਬ ਦਾ ਕਿ ਉਹ ਕੁਛ ਨਾ ਕੁਛ ਧਾਰਮਿਕ ਸਾਹਿਤ ਪੜ੍ਹੇ, ਧਾਰਮਿਕ ਲਿਟਰੇਚਰ ਪੜ੍ਹੇ, ਭਗਤ ਸਾਹਿਬਾਨਾਂ ਦੇ ਜੀਵਨ ਪੜ੍ਹੇ, ਗੁਰ ਇਤਿਹਾਸ ਨੂੰ ਪੜ੍ਹੇ, ਗੁਰਸਿੱਖਾਂ ਦੇ ਜੀਵਨ ਪੜ੍ਹੇ, ਬੰਦਗੀ ਵਾਲੀਆਂ ਰੂਹਾਂ ਦੇ ਜੀਵਨ ਪੜ੍ਹੇ। ਰਾਗੀ ਹੀਰਾ ਸਿੰਘ ਵਰਗਿਆਂ ਦੇ ਕਦੇ ਜੀਵਨ ਪੜ੍ਹ ਕੇ ਵੇਖੋ, ਮੱਲੋ ਮੱਲੀ ਮਨ ਵਿੱਚ ਆਪ ਪੈਦਾ ਹੋਏਗਾ ਕਿ ਆਪਾਂ ਵੀ ਸਿਮਰਨ ਕਰੀਏ। ਤਾਂ ਮੈਂ ਆਪ ਜੀਆਂ ਨੂੰ ਅੱਜ ਇੱਕ ਇਹ ਵੀ ਬੇਨਤੀ ਕਰਨੀ ਜ਼ਰੂਰੀ ਸਮਝਾਂਗਾ ਕਿ ਭਾਈ ਸਾਹਿਬ, ਭਾਈ ਵੀਰ ਸਿੰਘ ਸਾਹਿਬ ਜੀ ਹੁਣਾਂ ਨੇ ਇੱਕ ਗੁਰਮੁਖ ਜੀਵਨ ਲਿਖਿਆ। ਵੈਸੇ ਉਹਨਾਂ ਦਾ ਸਾਹਿਤ ਲਿਟਰੇਚਰ ਬਹੁਤ ਜ਼ਿਆਦਾ ਹੈ, ਪਰ ਇੱਕ ਗੁਰਮੁਖ ਜੀਵਨ ਉਹ ਹਰ ਇੱਕ ਗੁਰਸਿੱਖ ਨੂੰ ਪੜ੍ਹਨ ਲਈ ਜ਼ਰੂਰੀ ਹੈ। ਕੋਸ਼ਿਸ਼ ਕਰਿਓ ਕਿਤੋਂ ਵੀ ਤੁਹਾਨੂੰ ਹਾਸਲ ਹੋਵੇ
ਕਿਤੇ ਧਾਰਮਿਕ ਸਥਾਨਾਂ 'ਤੇ ਯਾਤਰਾ ਜਾਂਦੇ ਹੋ, ਬੜਾ ਕੁਛ ਖਰੀਦੋ ਉਪਰੋਕਤ ਉੱਥੇ ਕਰਦੇ ਹਾਂ ਅਸੀਂ, ਬੜੀਆਂ ਚੀਜ਼ਾਂ ਖਰੀਦਦੇ ਹਾਂ, ਕੁਛ ਨਾ ਕੁਛ ਧਾਰਮਿਕ ਕਿਤਾਬਾਂ ਵੀ ਖਰੀਦਿਆ ਕਰੋ। ਅਜੇ ਵੀ ਸਾਡਾ ਦੁਖਾਂਤ ਹੈ, ਬੜੀਆਂ ਕਿਤਾਬਾਂ ਨੇ ਜਿਨ੍ਹਾਂ ਵਿੱਚ ਐਡਾ ਗੂੜ ਗਿਆਨ, ਐਡੀ ਡੀਪ ਜਾਣਕਾਰੀ ਪਈ ਸੀ, ਉਹ ਕਿਤਾਬਾਂ ਦੁਬਾਰੇ ਪਬਲਿਸ਼ ਨਹੀਂ ਹੋਈਆਂ, ਉਹ ਬੁੱਕਸ ਦੁਬਾਰੇ ਛਪੀਆਂ ਨਹੀਂ। ਨਾ ਛਪਣ ਦਾ ਜਦੋਂ ਕਾਰਨ ਪੁੱਛਿਆ, ਕਹਿੰਦੇ ਜੀ ਕੋਈ ਪੜ੍ਹ ਹੀ ਨਹੀਂ ਰਿਹਾ। ਕਈ ਜਿਹੜੀਆਂ ਬੁੱਕ ਸ਼ਾਪ ਸੀਗੀਆਂ ਜਿੱਥੋਂ ਧਾਰਮਿਕ ਸਾਹਿਤ ਅਸੀਂ ਬੜੀ ਵੱਡੀ ਗਿਣਤੀ ਵਿੱਚ ਔਰ ਹਰ ਧਰਮ ਦਾ ਲੈ ਸਕਦੇ ਸੀ, ਉਹਨਾਂ ਵਿੱਚੋਂ ਕਈ ਦੁਕਾਨਾਂ ਬੰਦ ਹੋਣ ਦੀ ਕੰਗਾਰ 'ਤੇ ਆ ਗਈਆਂ। ਉਹਨਾਂ ਨੂੰ ਪੁੱਛਿਆ ਐਸਾ ਕਿਉਂ? ਕਹਿੰਦੇ ਜੀ ਪੜ੍ਹਨ ਦੀ ਡਿਮਾਂਡ ਹੀ ਨਹੀਂ ਰਹੀ, ਕੋਈ ਸਾਡੇ ਕੋਲੇ ਆਉਂਦਾ ਹੀ ਨਹੀਂ ਬੁੱਕਸ ਖਰੀਦਣ, ਕੋਈ ਧਾਰਮਿਕ ਸਾਹਿਤ ਮੰਗਣ ਆਉਂਦਾ ਹੀ ਨਹੀਂ, ਤੇ ਅਸੀਂ ਦੁਕਾਨਾਂ ਖੋਲ੍ਹ ਕੇ ਕਿਉਂ ਰੱਖਣੀਆਂ? ਫਿਰ ਸਾਡੇ ਮਨ ਵਿੱਚ ਇਹ ਸ਼ੌਂਕ ਨਹੀਂ ਰਿਹਾ, ਮਨ ਵਿੱਚ ਇਹ ਚਾਅ ਨਹੀਂ ਰਿਹਾ। ਇਹ ਗੋਰਿਆਂ ਤੋਂ ਗੱਲ ਸਿੱਖੋ। ਉਹ ਸਫ਼ਰ ਕਰਨਾ ਹੋਵੇ, ਕਿਤੇ ਉਹਨਾਂ ਨੇ ਏਅਰਪੋਰਟ 'ਤੇ ਵੇਟਿੰਗ ਰੂਮ 'ਚ ਬੈਠਣਾ ਹੋਵੇ, ਕੁਛ ਨਾ ਕੁਛ ਉਹਨਾਂ ਦੇ ਕੋਲ ਪੜ੍ਹਨ ਵਾਸਤੇ ਹੋਏਗਾ, ਖਾਲੀ ਨਹੀਂ ਬੈਠਦੇ ਹੋ। ਕੋਈ ਨਾਵਲ ਹੋਵੇ, ਕੋਈ ਉਹਨਾਂ ਕੋਲੇ ਮੈਗਜ਼ੀਨ ਹੋਵੇ, ਕੋਈ ਬੁੱਕਸ ਹੋਵੇ, ਕੁਛ ਨਾ ਕੁਛ ਉਹ ਪੜ੍ਹ ਰਹੇ ਹੋਣਗੇ। ਤੇ ਅੱਜ ਅਸੀਂ ਵੀ ਸਫ਼ਰ ਕਰਦੇ ਹਾਂ ਵੇਟਿੰਗ ਰੂਮਾਂ 'ਚ, ਸਾਨੂੰ ਵੀ ਏਅਰਪੋਰਟ, ਰੇਲਵੇ ਸਟੇਸ਼ਨਾਂ 'ਤੇ ਬੈਠਣਾ ਪੈਂਦਾ। ਕਿੰਨਾ ਕੁ ਸਾਹਿਤ ਹੁੰਦਾ ਸਾਡੇ ਹੱਥ 'ਚ। ਇੱਕੋ ਹੀ ਘਰੋਂ ਤੁਰਨ ਲੱਗਿਆਂ ਇੱਕੋ ਹੀ ਚੀਜ਼ ਦਾ ਖਿਆਲ ਰਹਿੰਦਾ ਵੀ ਬਾਕੀ ਜਿਹੜਾ ਕੁਛ ਰਹਿ ਜਾਏ ਕੋਈ ਗੱਲ ਨਹੀਂ, ਮੋਬਾਈਲ ਦਾ ਚਾਰਜਰ ਨਹੀਂ ਰਹਿਣਾ ਚਾਹੀਦਾ, ਤਾਂ ਕਿ ਜਿੱਥੇ ਕਿਤੇ ਬੈਠਾ ਮੋਬਾਈਲ ਮੇਰਾ ਸਾਥ ਨਾ ਛੱਡੇ, ਤੇ ਕੰਨਾਂ ਦੇ ਵਿੱਚ ਹੈੱਡਫੋਨ ਲਾਏ, ਜੋ ਕੁਛ ਫਿਰ ਅਸੀਂ ਸੁਣ ਰਹੇ ਹਾਂ। ਕੋਈ ਧਰਮ ਦੀ ਜਾਣਕਾਰੀ ਕੁਛ ਨਹੀਂ। ਪਿਛਲੇ ਜਦੋਂ ਸਾਹਿਬਜ਼ਾਦਿਆਂ ਦਾ ਸਭਾ ਦੇ ਦਿਨ ਸੀ, ਫਤਿਹਗੜ੍ਹ ਸਾਹਿਬ, ਉੱਥੇ ਪੱਤਰਕਾਰ ਵੀ ਪਹੁੰਚਦੇ ਆ, ਵੈਬ ਟੀਵੀ ਵਾਲੇ ਪਹੁੰਚਦੇ ਆ। ਉਹਨਾਂ ਨੇ ਬੜੇ ਜਾਣਿਆਂ ਨੂੰ ਸਵਾਲ ਕੀਤੇ ਵੀ ਆਪਾਂ ਕਿੱਥੇ ਆਏ ਹਾਂ, ਇੱਥੇ ਦਾ ਇਤਿਹਾਸ ਕੀ ਹੈ। ਲੰਗਰ ਤਾਂ ਗੁਰਸਿੱਖਾਂ ਨੇ ਲਾਇਆ ਹੋਇਆ ਨਾ, ਸਿੱਖ ਪਰਿਵਾਰਾਂ 'ਚੋਂ ਹੀ ਆ ਕੇ ਲਾਇਆ ਹੋਇਆ। ਮੇਰੇ ਖਿਆਲ 8-10 ਜਾਣਿਆਂ ਨੂੰ ਪੁੱਛਿਆ, ਬੱਚਿਆਂ ਨੂੰ ਪੁੱਛਿਆ, 12-15 ਸਾਲ ਵਾਲੇ ਨੂੰ ਪੁੱਛਿਆ, 20-25 ਸਾਲ ਵਾਲੇ ਨੂੰ ਪੁੱਛਿਆ, 30-35 ਸਾਲ ਵਾਲੇ ਨੂੰ ਪੁੱਛਿਆ, 40 ਤੋਂ 50 ਸਾਲ ਵਾਲੇ ਨੂੰ ਪੁੱਛਿਆ, 60-65-70 ਸਾਲ ਵਾਲੇ ਨੂੰ। ਕੋਈ ਠੋਸ ਜਵਾਬ ਹੀ ਨਹੀਂ ਦੇ ਸਕਿਆ ਵੀ ਫਤਿਹਗੜ੍ਹ ਸਾਹਿਬ ਹੋਇਆ ਕੀ, ਇਤਿਹਾਸ ਕੀ ਹੈ ਇੱਥੋਂ ਦਾ। ਸਾਡੀ ਅੰਦਰੂਨੀ ਦਸ਼ਾ ਇਹ ਹੈ ਜੋ ਕੌੜਾ ਸੱਚ ਹੈ। ਉਹਦਾ ਵੱਡਾ ਕਾਰਨ ਇਹ ਹੈ ਕਿ ਨਾ ਸਾਨੂੰ ਸੁਣਨ ਦਾ ਚਾਅ ਰਿਹਾ ਤੇ ਨਾ ਸਾਨੂੰ ਪੜ੍ਹਨ ਦਾ ਚਾਅ ਰਿਹਾ। ਅਸੀਂ ਇੱਕ ਦੁਨਿਆਵੀ ਪੜ੍ਹਾਈ ਲਈ ਤਾਂ ਬੱਚਿਆਂ ਲਈ ਬੜੇ ਮਹਿੰਗੇ ਤੇ ਵੱਡੇ ਸਕੂਲ ਚੁਣੇ, ਇਹ ਵੀ ਨਹੀਂ ਉੱਥੇ ਖਿਆਲ ਰੱਖਿਆ ਕਿ ਧਰਮ ਦੀ ਸਿੱਖਿਆ ਵੀ ਕੋਈ ਦੇ ਰਹੇ ਆ, ਕੋਈ ਇੱਥੇ ਪੰਜਾਬੀ ਮਾਂ ਬੋਲੀ ਨਾਲੋਂ ਤਾਂ ਨਹੀਂ ਤੋੜ ਰਹੇ, ਕੋਈ ਸਾਨੂੰ ਇਹ ਸਾਡੇ ਬੱਚਿਆਂ ਨੂੰ ਕਿਸੇ ਹੋਰ ਧਰਮ ਨਾਲ ਤਾਂ ਨਹੀਂ ਜਬਰਨ ਜੋੜਿਆ ਜਾ ਰਿਹਾ। ਇਸ ਗੱਲ ਦਾ ਕੋਈ ਖਿਆਲ ਨਹੀਂ ਕੀਤਾ। ਸਿਰਫ ਇੱਕ ਕੌਨਵੈਂਟ ਸਕੂਲ ਲਿਖਿਆ ਪੜ੍ਹ ਕੇ, CBI ਸਿਲੇਬਸ ਪੜ੍ਹ ਕੇ, ਕਰਜ਼ੇ ਚੁੱਕ ਕੇ ਫੀਸਾਂ ਭਰ ਦਿੱਤੀਆਂ, ਪਰ ਇਹ ਨਹੀਂ ਖਿਆਲ ਕੀਤਾ ਵੀ ਕੀ ਇਹਦੇ ਕੋਲੇ ਸੰਸਕਾਰ ਬਚੇ ਰਹਿਣਗੇ ਜਾਂ ਨਹੀਂ। 50, 60, 70 ਸਾਲ ਪਹਿਲਾਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਲੋਕ ਕਿੱਡੇ ਕਿੱਡੇ ਮਰਤਬਿਆਂ 'ਤੇ ਪਹੁੰਚ ਗਏ। ਮਾਪਿਆਂ ਦੇ ਸੰਸਕਾਰ ਤੇ ਉਹ ਸਰਕਾਰੀ ਸਕੂਲਾਂ ਦੇ ਟੀਚਰਾਂ ਕੋਲੇ ਆਪਣੇ ਕੋਲੇ ਸੰਸਕਾਰ ਹੁੰਦੇ ਸੀ, ਤੇ ਉਹ ਆਪਣੀ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਸੰਸਕਾਰ ਵੀ ਦਿੰਦੇ ਹੁੰਦੇ ਸੀ। ਇਹੋ ਜਿਹੀਆਂ ਚੀਜ਼ਾਂ ਵੀ ਉਹਨਾਂ ਸਕੂਲਾਂ 'ਚੋਂ ਸਿੱਖਣ ਨੂੰ ਮਿਲਦੀਆਂ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰੂ ਸਾਹਿਬ ਕਹਿ ਰਿਹਾ ਗਾਵੋ ਪੜ੍ਹੋ, ਬਾਣੀ ਨੂੰ ਗਾਉਣਾ, ਬਾਣੀ ਨੂੰ ਪੜ੍ਹਨਾ, ਧਾਰਮਿਕ ਸਾਹਿਤ ਪੜ੍ਹਨਾ, ਗੁਰ ਇਤਿਹਾਸ ਪੜ੍ਹਨਾ, ਜੋ ਕਿ ਸਾਡੇ 'ਚੋਂ ਅੱਜ ਮਨਫੀ ਹੁੰਦਾ ਜਾ ਰਿਹਾ ਹੈ। ਇਹ ਦੁਬਾਰੇ ਪਿਰਤ ਪਾਓ, ਦੁਬਾਰੇ ਇਸ ਗੱਲ ਦਾ ਚਾਅ ਬਣਾਓ। ਕਿਤੇ ਵੀ ਜਾਓ, 1-2 ਬੁੱਕਸ ਜਿਹੜੀਆਂ ਨੇ ਧਾਰਮਿਕ ਸਾਹਿਤ ਦੀਆਂ, ਗੁਰ ਇਤਿਹਾਸ ਦੀਆਂ, ਉਹ ਜ਼ਰੂਰ ਖਰੀਦਿਆ ਕਰੋ। ਉਹਨੂੰ ਆਪ 5-7 ਵਾਰ ਪੜ੍ਹੋ, 10 ਵਾਰ ਪੜ੍ਹੋ। ਡਾਕਟਰ ਹਰਪਾਲ ਸਿੰਘ ਪੰਨੂ ਬਹੁਤ ਉੱਘੇ ਵਿਦਵਾਨ ਨੇ, ਉਹ ਕਹਿੰਦੇ ਮੈਂ ਇਹ ਥੋੜ੍ਹੀ ਵੀ ਇੱਕ ਕਿਤਾਬ ਇੱਕ ਵਾਰੀ ਪੜ੍ਹੀ, ਖਤਮ ਹੋਈ ਦੁਬਾਰੇ ਫਿਰ ਸ਼ੁਰੂ ਕਰ ਲਈ, ਖਤਮ ਹੋਈ ਦੁਬਾਰੇ ਫਿਰ ਸ਼ੁਰੂ ਕਰ ਲਈ। ਜਿੰਨੇ ਵਾਰੀ ਮੈਂ ਉਹਨੂੰ ਰਿਪੀਟ ਕਰਦਾ ਸੀ, ਉਨੇ ਵਾਰੀ ਉਹ 'ਚੋਂ ਨਵਾਂ ਗਿਆਨ ਮਿਲਦਾ ਸੀ। ਫਿਰ ਕਹਿੰਦੇ ਮੇਰੀ ਬੇਬੇ ਨੇ ਮੈਨੂੰ ਕਹਿਣਾ, ਤੂੰ ਹੋਰ ਤਾਂ ਕੁਛ ਕਰਦਾ ਨਹੀਂ, ਕੋਈ ਸਾਖੀ ਹੋਈ ਸੁਣਾ ਦੇ। ਮੇਰੇ ਘਰ ਦੇ ਬਜ਼ੁਰਗਾਂ ਨੇ, ਛੋਟੇ ਵੱਡਿਆਂ ਨੇ ਕਹਿਣਾ, ਤੈਨੂੰ ਹੋਰ ਤਾਂ ਕੰਮ ਆਉਂਦਾ ਨਹੀਂ, ਕੋਈ ਸਾਖੀ ਹੋਈ ਸੁਣਾ ਦੇ। ਮੈਂ ਪਹਿਲਾਂ ਆਪ ਸਾਖੀਆਂ ਪੜ੍ਹਨੀਆਂ, ਫਿਰ ਉਹਨਾਂ ਨੂੰ ਸੁਣਾਉਣੀਆਂ। ਉਹਦਾ ਅਸਰ ਇਹ ਹੋਇਆ, ਹੌਲੀ ਹੌਲੀ ਸਾਰਾ ਪਰਿਵਾਰ ਸਿੱਖੀ ਨਾਲ ਜੁੜ ਗਿਆ।
ਇਹ ਕੁਰਬਾਨੀ ਤੁਹਾਨੂੰ ਇੱਕ ਅੱਧੇ ਨੂੰ ਘਰ ਵਿੱਚੋਂ ਕਰਨੀ ਪਏਗੀ। ਸਾਨੂੰ ਇਸ ਮਾਰਗ ਤੇ ਚੱਲਣਾ ਪਏਗਾ। ਕਥਾ ਰਾਹੀਂ ਵੀ ਜੋ ਡਿਊਟੀ ਬਣਦੀ ਆ ਉਹ ਸਾਰੇ ਕਥਾਕਾਰ ਨਿਭਾ ਰਹੇ ਨੇ, ਗੁਰ ਇਤਿਹਾਸ ਸੁਣਾ ਰਹੇ ਨੇ, ਬੜੇ ਵਿਦਵਾਨ ਨੇ, ਬੜੇ ਪ੍ਰਚਾਰਕ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਨੇ। ਪਰ ਸਾਡਾ ਵੀ ਫਰਜ਼ ਬਣਦਾ ਹੈ ਉਸ ਜਿਹੜਾ ਇੱਕ ਬੀਜ ਕੇ ਕੋਈ ਚੱਲਿਆ ਗਿਆ ਉਹਦੀ ਪਾਲਣਾ ਪੋਸ਼ਣਾ ਤਾਂ ਅਸੀਂ ਘਰਾਂ ਵਿੱਚ ਰੱਖਣੀ ਹੈ ਨਾ, ਕਿ ਉਹ ਬੀਜ ਨੂੰ ਕੋਈ ਸੋਕਾ ਨਾ ਪਵੇ, ਉਹ ਬੀਜ ਕਿਤੇ ਬੇਕਾਰ ਨਾ ਚਲਿਆ ਜਾਏ, ਉਹ ਪ੍ਰਫੁੱਲਤ ਹੋਵੇ। ਤਾਂ ਇਸ ਲਈ ਮਨ ਵਿੱਚ ਪੜ੍ਹਨ ਦਾ ਚਾਹ ਹੋਵੇ। ਇੱਕ ਅੱਧੀ ਬੁੱਕਸ ਤੁਸੀਂ ਕਦੇ ਕੋਈ ਪੜ੍ਹ ਕੇ ਵੇਖਿਓ, ਫਿਰ ਅੰਦਰੂਨੀ ਇੱਕ ਇੱਦਾਂ ਦੀ ਖਿੱਚ ਬਣੇਗੀ ਕਿ ਮੈਂ ਹੋਰ ਜਾਣਕਾਰੀ ਹਾਸਲ ਕਰਾਂ, ਹੋਰ ਪੜ੍ਹਾਂ। ਕਦੇ ਅਰਦਾਸ ਦਾ ਇਤਿਹਾਸ ਪੜ੍ਹ ਕੇ ਵੇਖ ਲਿਓ, ਉਸੇ ਨੇ ਇੰਨੀ ਖਿੱਚ ਪੈਦਾ ਕਰ ਦੇਣੀ ਅੰਦਰ। ਡਾਕਟਰ ਜਸਵੰਤ ਸਿੰਘ ਨੇਕੀ ਹੋਣਾ ਨੇ ਅਰਦਾਸ ਦੀ ਕਿਤਾਬ ਲਿਖੀ ਆ, ਹੋਰ ਬੜੇ ਵਿਦਵਾਨਾਂ ਨੇ ਲਿਖੀਆਂ ਨੇ। ਮੁੱਢਲਾ ਸਾਡਾ ਇਤਿਹਾਸ ਸਾਰਾ ਅਰਦਾਸ ਵਿੱਚ ਆ ਜਾਂਦਾ ਹੈ। ਕਦੇ ਉਹਨੂੰ ਪੜ੍ਹ ਕੇ ਵੇਖਿਓ, ਇੱਕ ਚਾਹਤ, ਇੱਕ ਖਿੱਚ ਪੈਦਾ ਹੋਏਗੀ ਕਿ ਮੈਂ ਹੋਰ ਗੁਰ ਇਤਿਹਾਸ ਪੜ੍ਹਾਂ। ਸਾਡਾ ਐਡਾ ਮਾਣ ਮੱਤਾ ਇਤਿਹਾਸ ਹੈ, ਐਡਾ ਸ਼ਾਨਾ ਮੱਤਾ ਇਤਿਹਾਸ ਹੈ, ਜਿਹਦੇ ਤੇ ਸਾਨੂੰ ਮਾਣ ਹੋਣਾ ਚਾਹੀਦਾ। ਜਿਹੜੇ ਇਤਿਹਾਸ ਨੂੰ ਪੜ੍ਹ ਕੇ ਹੋਰ ਧਰਮਾਂ ਦੇ ਲੋਕ ਇਸ ਗੱਲ ਦਾ ਉਹਨਾਂ ਨੂੰ ਮਨ 'ਚ ਝੋਰਾ, ਇੱਕ ਉਦਾਸੀ, ਇੱਕ ਨਿਰਾਸ਼ਤਾ ਹੈ ਕਿ ਸਾਨੂੰ ਇਸ ਘਰ ਵਿੱਚ ਜਨਮ ਕਿਉਂ ਨਹੀਂ ਮਿਲਿਆ, ਸਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਨਮ ਕਿਉਂ ਨਹੀਂ ਮਿਲਿਆ। ਜਦੋਂ ਇਤਿਹਾਸ ਪੜ੍ਹਦੇ ਆਓ ਤਾਂ ਖੈਰ ਸਤਿਗੁਰੂ ਕਹਿੰਦੇ ਆ, ਭਾਈ ਗੁਰਸਿੱਖ ਲਈ ਹੁਕਮ ਕੀ, ਗਾਵੋ ਸੁਣੋ। ਅੱਗੇ ਬਚਨ ਹੈ, ਗਾਵੋ ਸੁਣੋ ਪੜ੍ਹੋ। ਸੁਣਨਾ ਵੀ ਸਾਡੇ ਜੀਵਨ ਦਾ ਹਿੱਸਾ ਹੈ। ਸੁਣਨ ਵਾਲੇ ਤਾਂ ਜਪਜੀ ਸਾਹਿਬ ਵਿੱਚ ਵੀ 4 ਪੌੜੀਆਂ ਮਹਾਰਾਜ ਨੇ ਸੁਣਨ ਦੀਆਂ ਕਹੀਆਂ ਨੇ, ਕਿਉਂਕਿ ਸੁਣਨ ਤੋਂ ਬਿਨਾਂ ਅੰਦਰ ਜਾਂ ਕੰਨਾਂ ਰਾਹੀਂ ਜਾਂ ਅੱਖਾਂ ਰਾਹੀਂ, ਇਹ 2 ਤਰੀਕੇ ਨੇ ਸ਼ਬਦ ਨੂੰ ਅੰਦਰ ਵਸਾਉਣ ਦੇ। ਤਾਂ ਹੀ ਮਹਾਰਾਜ ਨੇ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲਾ। ਬੋਲੇ ਦਾ ਸੰਬੰਧ ਗੂੰਗੇ ਨਾਲ ਹੁੰਦਾ ਹੈ, ਨੇਤਰਹੀਣ ਨਾਲ ਨਹੀਂ ਹੁੰਦਾ। ਸਾਇੰਸ ਵੀ ਇਹ ਕਹਿੰਦੀ ਹੈ ਜਿਹੜਾ ਬੋਲਾ ਹੋਏਗਾ ਉਹ ਗੂੰਗਾ ਵੀ ਹੋਏਗਾ, ਕਿਉਂਕਿ ਸੁਣਨ ਤੋਂ ਗੱਲ ਸ਼ੁਰੂ ਹੋਈ। ਜੋ ਬੱਚੇ ਨੇ ਸੁਣਨਾ ਉਹੀ ਕੁਝ ਬੋਲਣਾ, ਜਿਹਨੇ ਸੁਣਿਆ ਨਹੀਂ ਉਹ ਬੋਲਿਆ ਵੀ ਨਹੀਂ। ਇਹ ਕੁਦਰਤੀ ਬਾਤ ਹੈ। ਪਰ ਸਤਿਗੁਰੂ ਕਹਿ ਰਿਹਾ ਅੰਨਾ ਬੋਲਾ। ਅੰਨਾ ਬੋਲਾ ਮਤਲਬ ਜਿਹੜਾ ਬੋਲਾ ਹੈ ਉਹ ਅੰਨਾ ਵੀ ਹੈ, ਜਿਹੜਾ ਅੰਨਾ ਉਹ ਬੋਲਾ। ਇਹ 2 ਡਿਫਰੈਂਟ ਕਿਵੇਂ? ਮਹਾਰਾਜ ਕਹਿੰਦੇ ਆ 2 ਤਰੀਕਿਆਂ ਨਾਲ ਸ਼ਬਦ ਨੇ ਅੰਦਰ ਜਾਣਾ। ਜਾਂ ਅੱਖਾਂ ਰਾਹੀਂ ਦਰਸ਼ਨ ਕਰੋ, ਅੱਖਾਂ ਨਾਲ ਵੇਖ ਕੇ ਤਿਨਾਂ ਦੇਖ ਮਨ ਚਾਓ ਉਠੰਦਾ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਅੱਖਾਂ ਨਾਲ ਵੇਖ ਕੇ ਮਨ ਵਿੱਚ ਬੜੀ ਉਤਸੁਕਤਾ ਪੈਦਾ ਹੁੰਦੀ ਹੈ, ਬੜੀ ਜਗਿਆਸਾ ਜਾਗਦੀ ਹੈ ਕਿ ਮੈਂ ਵੀ ਸੰਗਤ ਵਿੱਚ ਜਾਵਾਂ, ਗੁਰੂ ਘਰ ਜਾਵਾਂ, ਗੁਰਸਿੱਖ ਬਣਾ, ਅੰਮ੍ਰਿਤ ਛਕਾਂ, ਸੇਵਾ ਕਰਾਂ। ਨਾਲ ਦੇ ਗੁਰਸਿੱਖਾਂ ਨੂੰ ਵੇਖ ਕੇ ਮਨ 'ਚ ਚਾਹ ਪੈਦਾ ਹੁੰਦਾ ਹੈ। ਤੇ ਅੱਖਾਂ ਨਾਲ ਅਸੀਂ ਬਾਣੀ ਦੇ ਦਰਸ਼ਨ ਕਰਦੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ। ਆਪਾਂ ਕਈ ਵਾਰ ਕਹਿੰਦੇ ਹਾਂ ਨਾ ਜੀ, ਕਈ ਚੀਜ਼ਾਂ ਅੱਖਾਂ ਦੇ ਸਾਹਮਣੇ ਹਲੇ ਵੀ ਘੁੰਮ ਰਹੀਆਂ, ਅੱਖਾਂ ਤੋਂ ਪਾਸੇ ਨਹੀਂ ਹੋ ਰਹੀਆਂ। ਬੜੀਆਂ ਚੀਜ਼ਾਂ ਇਹੋ ਜਿਹੀਆਂ, ਭਾਵੇਂ ਉਹ ਸੰਸਾਰਕ ਹੋਣ। ਕਈ ਗੁਰਸਿੱਖ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਇੱਕ ਵਾਰ ਪਤਾ ਨਹੀਂ ਕਿਸ ਵਜਦ ਵਿੱਚ ਆ ਕੇ ਗੁਰੂ ਸਾਹਿਬ ਦੇ ਕਿਤੇ ਦਰਸ਼ਨ ਕੀਤੇ ਹੋਣਗੇ, ਰੁਮਾਲਾ ਸਾਹਿਬ ਚੁੱਕ ਕੇ ਦਰਸ਼ਨ ਕੀਤੇ ਹੋਣੇ ਆ, ਜਾਂ ਕੋਈ ਕਿਤੇ ਪੰਗਤੀ ਲਿਖੀ, ਜਾਂ ਬਾਹਰ ਬੋਰਡ ਤੇ ਹੁਕਮਨਾਮਾ ਸਾਹਿਬ ਲਿਖਿਆ। ਅੱਖਾਂ ਨੇ ਜਦੋਂ ਦਰਸ਼ਨ ਕੀਤੇ, ਪਤਾ ਨਹੀਂ ਕੀ ਪਰਮਾਤਮਾ ਦੀ ਕਿਰਪਾ ਵਰਤੀ, ਉਹ ਸ਼ਬਦ ਅੱਖਾਂ ਰਾਹੀਂ ਹਮੇਸ਼ਾ ਲਈ ਅੰਦਰ ਵਸ ਗਏ। ਕਹਿੰਦੇ ਜੀ ਕੀ ਕਰੀਏ ਹੁਣ, ਉਹ ਸ਼ਬਦ ਅੱਖਾਂ ਤੋਂ ਪਾਸੇ ਜਾ ਹੀ ਨਹੀਂ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੋਹਣਾ ਦਰਬਾਰ ਤੱਕਿਆ, ਉਹਦੀ ਸ਼ਾਨੋ ਸ਼ੌਕਤ ਅੱਖਾਂ ਤੋਂ ਪਰੇ ਜਾ ਹੀ ਨਹੀਂ ਰਹੀ। ਬੜੇ ਗੁਰਸਿੱਖ ਨੇ ਜਿਹੜੇ ਕਹਿਣਗੇ ਜੀ ਰਾਤ ਕੀਰਤਨ ਦਰਬਾਰ ਸੁਣਿਆ, ਐਡਾ ਵੱਡਾ ਸਮਾਗਮ, ਅੱਖਾਂ ਸਾਹਮਣੇ ਹਲੇ ਵੀ ਉਹੀ ਘੁੰਮੇ ਜਾ ਰਿਹਾ। ਇਹਦਾ ਮਤਲਬ ਅੱਖਾਂ ਇੱਕ ਜ਼ਰੀਆ ਨੇ ਸ਼ਬਦ ਅੰਦਰ ਵਸਾਉਣ ਦਾ। ਔਰ ਜ਼ਿੰਦਗੀ 'ਚ 83% ਰੋਲ ਅੱਖਾਂ ਦਾ ਹੈ। ਅੱਖਾਂ ਦੀ ਪਰਮਾਤਮਾ ਨੇ ਜਿਹੜੀ ਇੱਕ ਸ਼ਕਤੀ, ਇੱਕ ਤਾਕਤ ਹੈ, ਕਈ ਕਿਲੋਮੀਟਰ ਤੱਕ ਦੇਖਣ ਦੀ ਹੈ। ਜਿਹੋ ਜਿਹਾ ਕੁਛ ਵੇਖਦੀਆਂ ਉਹੋ ਜਿਹਾ ਕੁਛ ਅੰਦਰ ਹੀ ਸੁਨੇਹਾ ਦੇ ਦਿੰਦੀਆਂ। ਮਨ ਦੇ ਹਾਵ ਭਾਵ, ਚਿਹਰੇ ਦੇ ਹਾਵ ਭਾਵ ਉਹੋ ਜਿਹੇ ਹੋ ਜਾਂਦੇ ਆ। ਦੁਸ਼ਮਣ ਨੂੰ ਵੇਖਿਆ, ਅੰਦਰ ਸੁਨੇਹਾ ਦਿੱਤਾ, ਤੇਵਰ ਬਦਲ ਗਏ। ਮਿੱਤਰ ਨੂੰ ਵੇਖਿਆ, ਅੱਖਾਂ ਨੇ ਅੰਦਰ ਸੁਨੇਹਾ ਦਿੱਤਾ, ਤਾਂ ਵੀ ਹਾਵ ਭਾਵ ਬਦਲ ਗਿਆ। ਕਿਸੇ ਲੋੜਵੰਦ ਨੂੰ ਵੇਖਿਆ, ਅੱਖਾਂ ਨੇ ਅੰਦਰ ਸੁਨੇਹਾ ਦਿੱਤਾ, ਮਨ ਦੀ ਅਵਸਥਾ ਕੁਛ ਹੋਰ ਹੋ ਗਈ। ਕਿਸੇ ਦਰਦਮੰਦ ਨੂੰ ਦੇਖਿਆ, ਉਹਦੀ ਅਵਸਥਾ ਵੇਖੀ, ਅੱਖਾਂ ਨੇ ਸੁਨੇਹਾ ਦਿੱਤਾ, ਮਨ ਦੀ ਅਵਸਥਾ ਕੁਛ ਹੋਰ ਹੋ ਗਈ। ਕਿਸੇ ਨੌਟੰਕੀ, ਕਿਸੇ ਪਖੰਡੀ, ਕਿਸੇ ਭਰਮ
ਭਰਮੀ ਭੇਖੀ ਬੰਦੇ ਨੂੰ ਵੇਖਿਆ, ਉਦੋਂ ਅੱਖਾਂ ਨੇ ਵੇਖ ਕੇ ਅੰਦਰ ਸੁਨੇਹਾ ਦਿੱਤਾ ਕਿ ਇਹ ਧਰਮ ਦੇ ਨਾਂ ਤੇ ਗੁੰਮਰਾਹ ਕਰ ਰਿਹਾ। ਉਦੋਂ ਅੰਦਰ ਅਵਸਥਾ ਕੁਛ ਹੋਰ। ਕਹਿਣ ਤੋਂ ਮੁਰਾਦ ਅੱਖਾਂ ਇੱਕ ਵੱਡਾ ਰੋਲ ਅਦਾ ਕਰ ਰਹੀਆਂ। ਤਾਂ ਹੀ ਤਾਂ ਕਿਸੇ ਅਦੀਬ ਨੇ ਕਿਹਾ, ਅੱਖੀਓ ਤੱਕਣਾ ਸਿਫਤ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਅੱਕੋ ਨਾ। ਪਰ ਇਸ ਤੱਕ ਵਿੱਚ ਚੇਤਾ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ। ਅਮਰ ਉਸ ਦਾਤੇ ਦੇ ਅੰਮ੍ਰਿਤ ਨੂੰ ਤੁਸੀਂ ਜ਼ਹਿਰ ਬਣਾ ਕੇ ਫੱਕੋ ਨਾ। ਅੱਖਾਂ ਦਾ ਬੜਾ ਵੱਡਾ ਰੋਲ। ਤਾਂ ਹੀ ਤਾਂ ਅੰਮ੍ਰਿਤ ਛਕਾਉਣ ਵੇਲੇ 5 ਚੂਲੇ 5 ਛੱਟੇ ਅੱਖਾਂ ਵਿੱਚ ਵੀ ਮਾਰੇ ਜਾਂਦੇ ਆ। ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਤੇ ਇਹਨਾਂ ਨੇਤਰਾਂ ਦਾ ਬੜਾ ਵੱਡਾ ਰੋਲ ਹੈ। ਤੋਂ ਮਹਾਰਾਜ ਸਾਹਿਬ ਕਹਿੰਦੇ ਨੇ, ਤੇ ਦੂਸਰਾ ਸ਼ਬਦ ਆ ਜਿਹੜਾ ਕੰਨਾਂ ਰਾਹੀਂ ਅੰਦਰ ਵਸਾਇਆ ਜਾ ਸਕਦਾ ਹੈ। ਕਈ ਰਾਗੀ ਸਾਹਿਬਾਨ ਜਿਹੜੇ ਸੂਰਦਾਸ ਨੇ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਲੇਕਿਨ ਸ਼ਬਦ ਅੰਦਰ ਵਸਿਆ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਆ। ਜੇ ਹੁਣ ਕਵੇ ਵੀ ਇਹਨਾਂ ਨੇ ਸ਼ਬਦ ਕਿਵੇਂ ਯਾਦ ਕਰੇ, ਕੰਨਾਂ ਦੇ ਰਾਹੀਂ ਉਹਨਾਂ ਦੇ ਅੰਦਰ ਸ਼ਬਦ ਚਲਾ ਗਿਆ। ਤੇ ਇਹ ਦੋ ਸਰੋਤ ਅੱਜ ਸਾਡੇ ਕੋਲ ਵੀ ਨੇ, ਔਰ ਇਹ ਦੋਨੇ ਸਰੋਤ ਤੰਦਰੁਸਤ ਨੇ। ਅੱਖਾਂ ਵੀ ਕਾਇਮ ਨੇ, ਕੰਨ ਵੀ ਕਾਇਮ ਨੇ। ਤੇ ਹੁਣ ਇਹਨਾਂ ਦਾ ਲਾਹਾ ਲੈ ਲਈਏ ਜਿੰਨਾ ਵੀ ਲਿਆ ਜਾਂਦਾ। ਤੇ ਜਿਸ ਦਿਨ ਮਹਾਰਾਜ ਸਾਹਿਬ ਕਹਿੰਦੇ, ਹਰ ਰੋਜ਼ ਤੈਨੂੰ ਮੈਂ ਨਿਤਨੇਮ ਵਿੱਚ ਇਹ ਸ਼ਬਦ ਲਿਖਿਆ, ਇਹ ਸ਼ਬਦ ਆਪਣੇ ਆਪ ਆਪਣੇ ਕੰਨਾਂ ਕਦੇ ਅੱਖਾਂ ਤੇ ਸਵਾਲ ਕਰਿਆ ਕਰ, ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਦੇ ਕੰਨਾਂ ਨੂੰ ਸਵਾਲ ਕਰਿਆ ਕਰ, ਇਹ ਸ਼ਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ, ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇੱਦਾਂ ਦੇ ਇਹਨਾਂ ਸਰੋਤਾਂ ਨੂੰ ਸਵਾਲ ਕਰ ਤਾਂ ਕਿ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਕਿ ਸਾਨੂੰ ਦੋਨਾਂ ਨੂੰ ਹੀ ਪਰਮਾਤਮਾ ਨੇ, ਅੱਖਾਂ ਤੇ ਕੰਨਾਂ ਨੂੰ ਦਿਮਾਗ ਦੇ ਕਿੰਨਾ ਨੇੜੇ ਰੱਖਿਆ, ਕਿ ਦੋਨਾਂ ਰਾਹੀਂ ਤੂੰ ਗੱਲ ਕੈਚ ਕਰਕੇ, ਗੱਲ ਪਕੜ ਚ ਲਿਆ ਕੇ ਆਪਣੇ ਹਿਰਦੇ ਵਿੱਚ ਟਿਕਾ ਲਾ। ਬੜਾ ਕੁਛ ਨੇੜੇ ਨੇੜੇ ਰੱਖ ਦਿੱਤਾ। ਜਿੰਨੇ ਇੰਪੋਰਟੈਂਟ ਜਿਹੜੇ ਪਾਰਟ ਨੇ ਸਾਡੇ ਸਰੀਰ ਦੇ, ਉਹ ਸਾਰੇ ਦਿਮਾਗ ਦੇ ਨੇੜੇ ਨੇੜੇ ਲਾ ਦਿੱਤੇ। ਰਸਨਾ ਵੀ ਜਿਹੜੀ ਉਹ ਜਿਹੜਾ ਸਾਡਾ ਮੁੱਖ ਹੈ, ਮੁੱਖ ਹੋ ਗਿਆ, ਅੱਖਾਂ ਹੋ ਗਈਆਂ, ਕੰਨ ਹੋ ਗਏ, ਰਸਨਾ, ਇਹ ਸਾਰਾ ਕੁਝ ਦਿਮਾਗ ਦੇ ਨੇੜੇ ਤੇੜੇ ਹੈ। ਔਰ ਦੂਸਰੀ ਗੱਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਦੋਂ ਅਸੀਂ ਲੈ ਕੇ ਜਾਂਦੇ ਹਾਂ, ਉਹ ਵੀ ਸੀਸ ਤੇ ਚੁੱਕ ਕੇ ਲਿਜਾਈਦਾ। ਸਨ 1604 ਭਾਦਰੋਂ ਸੁਦੀ ਏਕਮ, ਪਹਿਲੀ ਦਫਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ, ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰੀ ਕਿ ਬਾਬਾ ਜੀ ਪਿੱਛੇ ਨਾ ਖੜੋ, ਅੱਜ ਅੱਗੇ ਆਉਣ ਦਾ ਵਕਤ ਹੈ। ਮਹਾਰਾਜ ਮੇਰੀ ਉਮਰ 98 ਸਾਲ ਦੀ, ਮੇਰੇ ਤੋਂ ਆਪਣਾ ਆਪ ਨਹੀਂ ਸੰਭਾਲਿਆ ਜਾਂਦਾ, ਮੇਰੇ ਤੋਂ ਕੀ ਕਰਾਉਣਾ। ਮਹਾਰਾਜ ਸਾਹਿਬ ਨੇ ਇਸ਼ਾਰਾ ਕੀਤਾ, ਇਹ ਪਾਵਨ ਸਵਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਣੇ ਸੀਸ ਤੇ ਟਿਕਾਓ। ਮਹਾਰਾਜ ਮੈਂ ਸੀਸ ਤੇ ਟਿਕਾਵਾਂ? ਕਹਿੰਦੇ ਹਾਂ, ਇਹਨੂੰ ਆਪਣੇ ਸੀਸ ਤੇ ਟਿਕਾ, ਕਿਉਂਕਿ ਮੇਰੇ ਨਾਲੋਂ ਵੀ ਤੇਰਾ ਸਿਰ ਵੱਧ ਪਵਿੱਤਰ ਹੈ। 4 ਗੁਰੂਆਂ ਦੇ ਚਰਨਾਂ ਤੇ ਇਹ ਝੁਕਿਆ ਹੋਇਆ ਸੀਸ ਹੈ। ਬਾਬਾ ਬੁੱਢਾ ਸਾਹਿਬ ਨੇ ਸੀਸ ਤੇ ਟਿਕਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਗੁਰੂ ਅਰਜਨ ਸਾਹਿਬ ਪਿੱਛੇ ਪਿੱਛੇ ਚਵਰ ਕਰਦੇ ਜਾ ਰਹੇ ਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਪਿਰਤ ਪੈ ਗਈ ਕਿ ਸਿੱਖਾ ਦੇਖ, ਤੇਰੇ ਸਿਰ, ਤੇਰੇ ਦਿਮਾਗ, ਤੇਰੇ ਹਿਰਦੇ ਦੇ ਨੇੜੇ ਮੈਂ ਇੰਨਾ ਗੁਰੂ ਗ੍ਰੰਥ ਸਾਹਿਬ ਨੂੰ ਕਰ ਦਿੱਤਾ, ਕਦੇ ਸਿਰ ਤੇ ਚੁੱਕਣ ਤੱਕ ਸੀਮਤ ਨਾ ਰਹੀ, ਇਹਨੂੰ ਆਪਣੇ ਹਿਰਦੇ ਵਿੱਚ ਵੀ ਵਸਾ ਲਈ। ਕੱਲਾ ਸੀਸ ਤੇ ਹੀ ਨਾ ਚੁੱਕਦਾ ਨਹੀਂ, ਇਹਨੂੰ ਹਿਰਦੇ ਵਿੱਚ ਵੀ ਵਸਾ ਲਈ। ਬੜਾ ਪਰਮਾਤਮਾ ਦੇ ਘਰ ਦਾ ਬਖਸ਼ਿਆ ਹੋਇਆ ਗਿਆਨ ਹੈ, ਕਰੋੜਾਂ ਬ੍ਰਹਮੰਡਾਂ ਦਾ ਗਿਆਨ ਹੈ। ਧੁਰ ਕੀ ਬਾਣੀ ਆਈ ਹੈ, ਪਰਮਾਤਮਾ ਦੇ ਘਰ ਤੋਂ ਆਏ ਹੋਏ ਬੋਲ ਨੇ। ਐਡੀ ਬਖਸ਼ਿਸ਼ ਮਹਾਰਾਜ ਸਾਹਿਬ ਨੇ ਸਾਡੇ ਤੇ ਕੀਤੀ। ਤੋ ਸਤਿਗੁਰੂ ਕਹਿੰਦੇ ਆ, ਗਾਵੋ ਸੁਣੋ, ਸੁਣਨਾ ਵੀ ਜ਼ਰੂਰੀ ਹੈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਸਾਡੇ ਗੁਰਸਿੱਖਾਂ ਲਈ 3 ਕੰਮ ਮਹਾਰਾਜ ਸਾਹਿਬ ਨੇ ਕਿਹੜੇ ਦੱਸਿਆ? ਗਾਵੋ, ਸੁਣੋ, ਪੜ੍ਹੋ। ਗੁਰਸਿੱਖ ਨੇ ਬਾਣੀ ਨੂੰ ਗਾਉਣਾ, ਬਾਣੀ ਨੂੰ ਸੁਣਨਾ, ਬਾਣੀ ਨੂੰ ਪੜ੍ਹਨਾ। ਔਰ ਨਾਲ ਹੀ ਫਿਰ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਸਮਾਂ ਵੀ ਦੱਸੋ, ਕਿੰਨਾ ਕੁ ਸਮਾਂ ਬੈਠਿਆ ਕਰੀਏ ਸੁਣਨ ਵਾਸਤੇ, ਕਿੰਨਾ ਕੁ ਸਮਾਂ ਲਾਇਆ ਕਰੀਏ ਪੜ੍ਹਨ ਵਾਸਤੇ, ਕਿੰਨਾ ਕੁ ਸਮਾਂ ਲਾਇਆ ਕਰੀਏ ਗਾਉਣ ਵਾਸਤੇ। ਤੇ ਹੁਣ ਧਿਆਨ ਨਾਲ ਸੁਣਿਓ, ਜਿਨ੍ਹਾਂ ਦੇ ਮਨ 'ਚ ਇਹ ਗੱਲ ਰਹਿੰਦੀ। ਦੇਖੋ, ਕਿਰਤ ਵੀ ਕਰਨੀ ਆ, ਕਿਰਤ ਪਹਿਲਾਂ ਹੈ। ਜਿਹੜਾ ਐਡਾ ਪਰਿਵਾਰ ਕੁਣਬਾ ਸਾਡਾ, ਉਹਦੀ ਜ਼ਿੰਮੇਵਾਰੀ ਸਾਡੇ ਕੰਧਿਆਂ ਤੇ ਹੈ। ਸਤਿਗੁਰੂ ਸਾਨੂੰ ਵਿਹਲਾ ਰੱਖ ਕੇ ਰਾਜੀ ਨਹੀਂ, ਇੱਥੇ ਮਿਹਨਤ ਕਰਨ ਵਾਲਿਆਂ ਦੀ ਕਦਰ ਹੈ।
और गुरु साहिबाना ने आप किरत करके सानू दसिया कि किरती मेहनती बंदा ही समाज नू कुछ दे सकता है, समाज नू कुछ समाज की घाट घट सकता है। भाई लालो नू भी यही कहा सी, की करदा? कहंदा जी किले घड़ना। महाराज साहब कहंदे इस तो 4 कदम अगे हो, संसार नू भी घड़। बड़ी घड़न की लोड़ है भाई लालो, तू आप किले ही ना घड़दा रह जाई, अपना जीवन घड़ ते संसार नू भी घड़। बड़ी जरूरत है संसार नू घड़न दी। ते फिर भाई लालो वर्गियां ने जीवन जेड़े घड़े वो सारे गुरसिੱਖੀ सिखरां नू छो गए। तो महाराज साहब कहंदे आ समा सुनियो हुण, जेड़े पुछदे आ किन्ना क टाइम, गावो सुनो पढ़ो नित भाई। नित कह दिता महाराज ने, जिन्हों महाराज कहंदे आ सदा भजो गोविंद। कर बंदे तू बंदगी जिचर घट में साह, जिन्ना चर साह चलदे आ उन्ना चर बंदगी करो। गावो सुनो पढ़ो नित भाई। हर रोज हर वेले हर समय हर टाइम हाथ पाँव कर काम सब चीत निरंजन नाल। इदां पढ़ो इदां सुनो इदां गाओ, फिर की होएगा? गुरपूरे तू रखिया, फिर तेरी पूरा गुरु हर थां ते लाज रखेगा, तेरी पत रखेगा, तेरे अंग संग रहेगा। जदों हर वेले हर समय हर टाइम नित निता प्रति नितनेम हुंदा ही वो जिहड़ा हर रोज़ कीता जाए, निता प्रति कीता जाए। जिहड़ा कदे कदे होवे वो नितनेम नहीं हुंदा। फिर तेरी भाई पूरा गुरु पैज रखेगा, परमेश्वर तेरी पैज रखेगा, तेरे अंग संग होके वरतेगा। जे तू हर रोज़ निता प्रति उस परमात्मा दे शब्द सुनेगा, गाएगा ते पढ़ेगा। ये गुरसिख दा एक जीवन, एक गुरसिख लई महाराज साहब दा हुक्म है। सो आओ खैर सतगुरु किरपा करन इदां दा जीवन सारियां दा बने। धन गुरु गोबिंद सिंह साहब पातशाह अज किवें किरपा कर रहे ने, उस परमात्मा नूं नमस्कारां कर रहे ने। आओ सारे रल मिल के जाप साहब दी बाणी राहीं आपां भी उस परिपूर्ण परमेश्वर नूं नमस्कारां करिए। महाराज साहब दे बचना नमो काल काले। परमात्मा तू मौत दी मौत है। वैसे जदों अकाल शब्द असीं मूल मंत्र च पढ़िया सी, उहदे अर्थ सी काल तो रहत। इत्थे नमो काल काले दा अर्थ है कि मौत दी मौत है, भाव मौत भी तेरे अधीन है। सतगुरु काल दा भी काल है। मौत सब नूं मारदी है, पर मौत रब नूं नहीं मार सकती। और रब मौत नूं भी खत्म कर सकता है। मौत अपनी मर्जी नाल नहीं, रब दे कहने विच है, परमेश्वर दे कहने विच है। मौत दी कोई मर्जी नहीं है। ताई तां बाणी विच शब्द आउंदा, सदड़े आए तिना जानिया हुक्म सच्ची सरकारो। उस जिन्हों संसार दे विचों जाण दा सच्ची सरकार परमात्मा दा सदा आउंदा, कल्ले आवे नानका सदे उठी जाए। इहदा मतलब मौत दे पिछे किसी दा हुक्म चल रहा है। उस हुक्मी दा हुक्म जिन्हें संसार च कलिया, उन्हें हुक्म किया संसार चो सद लिया। हुक्म है अंदर आइंदा प्यारा, हुक्म है जादो जाए। मौत दे पिछे एक हुक्म है, उहदे हुक्म विच जीव दुनिया ते आया, उहदे हुक्म दे विच संसार तो चलिया गया। तो अकाल पुरख वाहिगुरु परमेश्वर तेनू नमस्कार, क्योंकि तू काल दा काल, मौत दी भी मौत है, काल नू खत्म करने वाला है। एक महाराज साहब दा बचन है, भट्टा ने सवैयां विच किया, किया खेल बड़ मेल तमाशा वाहिगुरु तेरी सब रचना। तू जल थल गगन पताल पुर रहा अमर ते मीठे जाके बचना। मन है ब्रह्मादिक रुद्रादिक काल का काल निरंजन जचना। इस गल नू ब्रह्मा जी शिव जी तेनू सारे ही सिਉਂਦੇ ने कि तू काल दा भी काल है। इस गल नू मनदे हो एडे वड्डे अवतार भी। आम तौर पर कहा जाता है कि शिव जी भगवान नाश करते आ। शिव जी भगवान भी इस गल नू मन रहे आ। भट्ट साहबान कहते हैं कि परमेश्वर है जिहड़ा काल दा कालख है, मौत जिहदे अंदर आउंदी है। तू माया करी है, सब लोग तेथों मंगदे हन। तू माया दा भी खजाना है और काल भी तेरे वस विच है। किया खेल गुर प्रसाद पाइया परमार्थ सत संगत सेती मन खचना। किया खेल बड़ मेल तमाशा वाह गुरु तेरी सब रचना। ये उस परमात्मा की रचना है, अकाल पुरख की रचना, जिन्हें एक वड्डा तमाशा किया है। इस तमाशे विच सारे खेड रहे हैं। तू जलां थलां विच, तू आकाश विच, सारियां थावां ते है परमात्मा। जिस वाहिगुरु दे गुण गाउने आपां सिफतां करदे आ, ओदी एक सिफत ये भी है कि वो मौत दी मौत है, वो काल दा कालख है। मौत नू, मौत ते प्रभाव पाउण वाला है।
मौत सारिਆਂ ਨੂੰ मार सकती है। मौत ने रावण भी मारिया, मौत ने हरणाक्ष मारिया, मौत ने कंस ਨੂੰ मारिया, मौत ने ਵੱਡੇ ਵੱਡੇ फरहान बादशाह, सिकंदर बादशाह, बड़े ਵੱਡੇ ਵੱਡੇ लोगों ਨੂੰ मारिया, पर मौत रब ਨੂੰ नहीं मार सकी, परमात्मा ਨੂੰ नहीं मार सकी। तो महाराज साहब कहते आ नमस्त सत दयाले, परमात्मा मैं तेनों नमस्कार करदा क्योंकि तू दया दा घर है, तू दीन दयाल पतत पावन है, तू दीना ते, तू गरीबां ते, तू लोड़वंदां ते, मजलूमां ते, सारियां ते दया करन वाला है। हर वेले तेरा सुभाव जिहड़ा वो दया वाले बनिया रहिंदा। धौल धर्म दया का पूत, क्योंकि धर्म जिहड़ा ओदियां नीहां वो दया वर्गे गुणां ते खड़ा होया। दया, संतोख, धर्म, धीरज, ये सारे जिहड़े दैवी गुण ने ये धर्म दीयां बाहियां ने, धर्म दे पावे ने, धर्म दे पैर ने ये गुण, और ये सारे गुण उस परमेश्वर दे गुण ने। इसे लई वो दयाल है। उस दयाल परमात्मा नूं धन श्री गुरु गोबिंद सिंह साहब पातशाह नमस्कार कर रहे हैं। दीन दयाल भरोसे तेरे सब परिवार चढ़ाया बेड़े, हे दीन दयाल पतत पावन सतगुरु, हे परमेश्वर तेरी कृपा नाल अज मेरा सारा परिवार की है, ज्ञान इंद्रियां, कर्म इंद्रियां, ये जिहड़े मेरे कहने विच नहीं सी, अज सारे ही उस नाम दे बेड़े विच बैठ गए, जिस नाम दे बेड़े विच बैठ के मैं तेरे घर प्रवान हो गया। ताई मैं तेनों नमस्कार करदा, तेरे वर्गा दयालु कोई नहीं है, मेरे वर्गा दीन कोई नहीं, तुम सर दीन दयाल ना, मेरे वर्गा दीन कोई नहीं, तेरे वर्गा दयालु कोई नहीं, तुम सर दीन दयाल ना, तुम सर, तेरे वर्गा दीन दयाल कोई नहीं, मेरे वर्गा पापी, मेरे वर्गा पतत कोई नहीं। और तेरा सुभाव की है आद काल तो मुढ़ कदीमा तो तेरा सुभाव ये है, तू पततां ते, तू पापियां ते, तू दीना ते उस तरह दया करदा आ रहा। दीन दयाल दया निध दुखन, देखत है पर देत ना हरै, ये तेरा सुभाव है परमात्मा। इसलिए मैं तेनों नमस्कार करदा। नमस्तंग अबरने, अबरने का अर्थ हुंदा जिहदा वर्ण कोई नहीं। वैसे रंग भी कुछ विद्वाना ने अर्थ किया जिहदा रंग कोई नहीं। चलो जे वर्ण कहिए, चार वर्ण असीं समझदे हां, खत्री ब्राह्मण सूद वैस। परमात्मा का इन्हां चारां वर्णां विचों कोई वर्ण नहीं। वो चारां वर्णां विचों होर बड़ियां जातां पातां निकलियां, परमात्मा दी उन्हां विचों भी कोई जात पात नहीं है, कोई ओदा गोत नहीं है, कोई ओदी इदां दी वर्ण कोई श्रेणी नहीं है। कोई वो खत्री नहीं उन्होंने कह सकता, उन्होंने ब्राह्मण नहीं कोई कह सकता, उन्होंने वैश्य नहीं कोई कह सकता, उन्होंने शूद्र नहीं कोई कह सकता, और सारियां विच ही वसिया होया, रमिया होया। ओदा अपना वर्ण कोई नहीं, पर चारे वर्णां विच वो आप वरत रहा है। ये उस परमात्मा का सुभाग है। इसलिए परमात्मा तेनों मैं नमस्कार कर रहा है। नमस्तंग अमर ने, मौत तो रहत, मरना सबना ने है, सबना मरना आया, वे छोड़ा सबनाहा, पुछो जाए सियाणिया अगे मिलन के ना। ये मौत सारियां नूं आउंदी है, लेकिन परमात्मा की है अमर ने, मौत तो रहत। जिहदा ना कदे जन्म होया ते जन्म नहीं होया तो उहदी मौत भी कदे नहीं होनी, वो अमर है, वो मौत तो रहत है। एक वाहिगुरू है जिन्हों मौत नहीं मार सकती, ना वह मरे ना होवे सोग। जे मौत नहीं आनी तो फिर सोग भी कित्थों पैना, ਉਹਦੇ घर फिर सोग कित्थों पएगा, ਉਹਦੇ घर गम कित्थों बनना है जे ਉਹਦੇ मौत ही नहीं होनी। मौत वाले घरां च गमगीन माहौल हुंदा ना, मौत वाले घरां विच सोग वरतदा है, ते जिहदे घर मौत ही नहीं उत्थे सोग भी कोई नहीं। तो महाराज साहब कहंदे आ तैनूं इस लई नमस्कार करदा परमात्मा कि तू अमर ने, तैनूं मौत कोई नहीं पैनी, तू मौत तो रहत है। अगले बचन ने नमस्तंग जरारंग। जर का अर्थ हुंदा बुढ़ेपा ते आरंग का अर्थ हुंदा वैरी। तू बुढ़ापे का वैरी है, तेनों बुढ़ापा का की होना, बुढ़ापा नेड़े तेड़े नहीं, ना हो बुढ़ा ना हो बाला। तू कदे बुढ़ेपे में जाना ही नहीं, बल्कि तू बुढ़ेपे का वैरी है। जिस दे बुढ़ेपा नेड़े नहीं आता, बुढ़ेपा सब नूं ढा लैंदा। जवानी हुंदी है, जवानी बुढ़ेपे की गल नहीं सुनती, पर सतगुरु कहंदे जदों बुढ़ेपा आउंदा है लख यत्नां तो बाद जवानी हार जाती है। जर आई जो बन हारिया,
ਜੋਬਨ ਹਾਰ ਜਾਂਦਾ ਹੈ। ਲੱਖਾਂ ਯਤਨਾਂ ਤੋਂ ਬਾਅਦ ਦੁਨੀਆ ਕਿੰਨੇ ਕੁਸ਼ਤੇ ਖਾ ਰਹੀ ਹੈ, ਕਿੰਨੇ ਹੋਰ ਪਤਾ ਨਹੀਂ ਕੀ ਡਾਈਟੀਸ਼ਨਾਂ ਨੂੰ ਪੁੱਛ ਕੇ ਲੋਕ ਕਰ ਰਹੇ ਆ, ਕਾਰਨ ਇੱਕੋ ਹੀ ਆ ਕਿ ਬੁਢਾਪਾ ਨਾ ਆਵੇ। ਆਪਣੇ ਖਾਣ ਪੀਣ ਦਾ ਬੜਾ ਖਿਆਲ ਰੱਖਦਾ ਹੈ ਇਨਸਾਨ, ਇੱਕੋ ਹੀ ਕਾਰਨ ਹੈ ਕਿ ਬੁਢਾਪਾ ਨਾ ਆਵੇ। ਇਹ ਬੁਢਾਪੇ ਨੂੰ ਪ੍ਰਵਾਨ ਨਹੀਂ ਕਰਦਾ, ਪਰ ਇਹ ਕੁਦਰਤ ਦਾ ਦਸਤੂਰ ਹੈ। ਸੂਰਜ ਸਵੇਰੇ ਚੜ੍ਹਦਾ ਹੈ, ਦੁਪਹਿਰ ਸਿਖਰ ਵੀ ਪਹੁੰਚਦਾ ਹੈ, ਸ਼ਾਮ ਨੂੰ ਢਲਦਾ ਵੀ ਹੈ ਤੇ ਰਾਤ ਨੂੰ ਅਲੋਪ ਵੀ ਹੋ ਜਾਂਦਾ ਹੈ। ਤੇਰਾ ਜੀਵਨ ਵੀ ਐਸਾ, ਇੱਥੇ ਬਚਪਨ ਆਇਆ, ਸੂਰਜ ਚੜ੍ਹਿਆ, ਦੁਪਹਿਰਾ ਆਇਆ, ਜਵਾਨੀ ਆਈ, ਤੇ ਜੇ ਦੁਪਹਿਰਾ ਸਦਾ ਨਹੀਂ ਰਹਿਣਾ, ਚੌਥਾ ਪਹਿਰ ਆਏਗਾ, ਤੇ ਯਾਦ ਰੱਖ ਫਿਰ ਜਵਾਨੀ ਨੇ ਵੀ ਸਦਾ ਨਹੀਂ ਰਹਿਣਾ। ਇਹਨੇ ਵੀ ਮਹਾਰਾਜ ਸਾਹਿਬ ਕਹਿੰਦੇ ਆ ਢਲ ਜਾਣਾ ਇੱਕ ਦਿਨ। ਇਹ ਕਾਲ ਨੇੜੇ ਜਿਹੜਾ ਹੈ, ਜਿਨ੍ਹਾਂ ਦੀ ਜਵਾਨੀ ਚਲੇ ਗਈ ਉਹ ਬੁਢਾਪੇ 'ਚ ਆ ਗਏ, ਉਹ ਕਾਲ ਦੇ ਨੇੜੇ ਆ ਗਏ। ਜਿਹਨੂੰ ਵੀ ਜਵਾਨੀ ਮਿਲੀ ਲੱਖ ਯਤਨਾਂ ਤੋਂ ਬਾਅਦ ਵੀ ਇਹ ਜਵਾਨੀ ਚਲੇ ਗਈ, ਕਾਲ ਦੇ ਨੇੜੇ ਨੇ। ਤਾਂ ਮਹਾਰਾਜ ਸਾਹਿਬ ਕਹਿੰਦੇ ਚਾਹੀਦਾ ਤਾਂ ਇਹ ਸੀ ਹੁਣ ਅਕਾਲ ਨਾਲ ਜੁੜੇ। ਕਾਲ ਨੇੜੇ ਆ ਰਿਹਾ, ਤੂੰ ਇੱਕ ਅੱਧਾ ਕਦਮ ਅੱਗੇ ਖਿਸਕਾ, ਅਕਾਲ ਨਾਲ ਜੁੜ ਜਾ। ਤੇਰਾ ਅੰਤ ਨੇੜੇ ਆ ਰਿਹਾ, ਥੋੜੀ ਜਿਹੀ ਮਿਹਨਤ ਹੋਰ ਕਰ ਲਾ, ਬੇਅੰਤ ਨਾਲ ਜੁੜ ਜਾ। ਬੇਅੰਤ ਨਾਲ ਜੁੜੇਗਾ, ਅਕਾਲ ਨਾਲ ਜੁੜੇਗਾ। ਕਾਲ ਦੇ ਕਾਲ, ਮੌਤ ਨੂੰ ਮਾਰਨ ਵਾਲੇ, ਜਿਹਦੇ ਅੰਡਰ ਮੌਤ ਆਉਂਦੀ ਹੈ, ਉਹਦੇ ਨਾਲ ਜੁੜੇਗਾ। ਤੇਰੇ ਮਨ ਚੋਂ ਮੌਤ ਦਾ ਡਰ ਖਤਮ ਹੋ ਜਾਏਗਾ। ਫਿਰ ਤੂੰ ਕਹੇਗਾ ਕਬੀਰ ਮੋਹ ਮਰਨੇ ਕਾ ਚਾਉ ਹੈ। ਮੌਤ ਚਾਹ ਬਣ ਜਾਏਗੀ ਜਦੋਂ ਉਹਦੇ ਨਾਲ ਜੁੜੇਗਾ। ਜਿੰਨਾ ਚਿਰ ਉਹਦੇ ਨਾਲ ਨਹੀਂ ਜੁੜਦਾ, ਮੌਤ ਨੇ ਤਾਂ ਫਿਰ ਵੱਡਿਆਂ ਨੂੰ ਡਰਾ ਲਿਆ। ਵੱਡੇ ਲੋਕ ਇਹਦੇ ਸਾਹਮਣੇ ਬੇਵੱਸ ਹੋ ਜਾਂਦੇ ਆ। ਔਰ ਮੌਤ ਜਦੋਂ ਆਉਂਦੀ ਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਇੱਕ ਦਿਨ ਸਰੀਰ ਨੇ ਕਾਇਆ ਨੇ ਜੀਵਾਤਮਾ ਨੂੰ ਕਿਹਾ ਵੀ ਵੇਖ, ਆਪਾਂ ਕਿਹੜੇ ਮੁੱਦਤਾਂ ਤੋਂ ਇਕੱਠੇ ਚੱਲੇ ਆ ਰਹੇ ਹਾਂ, ਤੇ ਤੂੰ ਇੱਕ ਮੇਰੇ ਨਾਲ ਵਾਅਦਾ ਕਰ, ਮੈਨੂੰ ਛੱਡ ਕੇ ਨਹੀਂ ਜਾਏਂਗੀ। ਮੇਰੇ ਨਾਲ ਇਹ ਪ੍ਰੋਮਿਸ ਕਰਕੇ ਤੂੰ ਮੈਨੂੰ ਕਦੇ ਛੱਡ ਕੇ ਨਹੀਂ ਜਾਣਾ। ਜੀਵ ਆਤਮਾ ਹੱਸਿਆ, ਉਹਨੇ ਕਿਹਾ ਵੀ ਇਹ ਤਾਂ ਗੱਲ ਬੜੀ ਮੁਸ਼ਕਲ ਹੈ। ਠੀਕ ਆ, ਮੈਂ ਤੇਰੇ ਨਾਲ ਜ਼ਰੂਰ ਆ। ਤੂੰ ਕਹਿ ਰਿਹਾ ਕਿ ਮੈਨੂੰ ਦੱਸ ਕੇ, ਬਿਨਾਂ ਦੱਸੇ ਜਾਣਾ ਨਹੀਂ, ਤੂੰ ਛੱਡ ਕੇ ਨਹੀਂ ਜਾਣਾ। ਗੱਲ ਤਾਂ ਇਹ ਆ ਕਿ ਅਸਲ ਗੱਲ ਇਹ ਆ, ਜਿੱਦੇ ਮੈਂ ਜਾਣਾ ਤੈਨੂੰ ਪੁੱਛਣਾ ਹੀ ਨਹੀਂ, ਤੇਰੀ ਮੈਂ ਸਲਾਹ ਵੀ ਨਹੀਂ ਲੈਣੀ, ਨਾ ਤੁਹਾਨੂੰ ਪੁੱਛੀ ਨਾ ਮਤਾ ਪਕਾਇਆ। ਧੰਨ ਇਸ ਜੀਵ ਰੂਪ ਇਸਤਰੀ ਨੂੰ ਉਸ ਜੀਵ ਆਤਮਾ ਨੇ ਕੋਈ ਸਲਾਹ ਹੀ ਨਹੀਂ ਕੀਤੀ, ਨਾ ਪੁੱਛਿਆ, ਸੁੱਤੇ ਪਏ ਨੂੰ ਛੱਡ ਕੇ ਚਲੇ ਗਈ। ਕਿਉਂ ਨਹੀਂ ਪੁੱਛਣਾ? ਕਿਉਂ ਨਹੀਂ? ਕਿਉਂਕਿ ਫਿਰ ਕਹਿਆ ਹੋ ਹੁਕਮੀ ਬੰਦਾ। ਉਸ ਜੀਵ ਆਤਮਾ ਨੇ ਕਿਹਾ ਭਾਈ ਮੈਂ ਕਿਸੇ ਦੇ ਹੁਕਮ ਵਿੱਚ ਆ, ਮੌਤ ਪਰਮਾਤਮਾ ਦੇ ਹੁਕਮ ਆ, ਮੈਂ ਕਿਸੇ ਦੇ ਹੁਕਮ ਵਿੱਚ ਆ। ਨਾ ਤਿਸ ਭਾਰ, ਨਾ ਉਹਦੇ ਅੱਗੇ ਕੋਈ ਕਾਣ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ। ਤੂੰ ਭਾਰੋ ਠਾਕੁਰ ਜਿਸ ਕਾਣ ਨਾ ਚੰਦਾ, ਉਸ ਭਾਰੇ ਠਾਕੁਰ ਪਰਮਾਤਮਾ ਦੇ ਹੁਕਮ ਵਿੱਚ ਆ, ਜਿਹਨੂੰ ਕਿਸੇ ਦੀ ਕੋਈ ਕਾਣ ਹੀ ਨਹੀਂ ਹੈ। ਕਿਸੇ ਦਾ ਕੋਈ ਉਹਦੇ ਤੇ ਆਸਾਨ ਥੋੜਾ ਕੀਤਾ ਵੀ ਉਹ ਕੋਈ ਲਿਹਾਜ਼ ਕਰ ਲਏਗਾ। ਜਿਸ ਦਿਨ ਮੈਨੂੰ ਤਾਂ ਹੁਕਮ ਆ ਗਿਆ ਮੈਂ ਤੈਨੂੰ ਲੈ ਜਾਣਾ, ਮੈਂ ਤੈਨੂੰ ਨਾ ਪੁੱਛਣਾ, ਨਾ ਤੈਨੂੰ ਮੈਂ ਅਲਰਟ ਵੀ ਨਹੀਂ ਕਰਨਾ। ਤੂੰ ਤਾਂ ਸੋਚਿਆ ਹੋਏਗਾ ਵੀ ਮੈਂ ਸਵੇਰੇ ਚੱਲਿਆ, ਬਸ ਸ਼ਾਮ ਨੂੰ ਆਇਆ, ਪ੍ਰਸ਼ਾਦਾ ਇਕੱਠੇ ਛਕਾਂਗੇ, ਤੈਨੂੰ ਪਤਾ ਹੀ ਨਹੀਂ ਲੱਗਣਾ ਵੀ ਮੁੜਨਾ ਕਿ ਨਹੀਂ ਮੁੜਨਾ, ਰਾਹ 'ਚ ਹੀ ਰਹਿ ਜਾਣੀਆਂ ਗੱਲ। ਤੂੰ ਹਸਪਤਾਲ ਚੱਲਿਆ, ਬਸ ਮੈਂ ਠੀਕ ਹੋ ਕੇ ਆ ਜਾਣਾ, ਪਤਾ ਥੋੜੀ ਹੈ ਵੀ ਉੱਥੋਂ ਮੁੜਨਾ ਹੀ ਨਹੀਂ। ਮੈਂ ਤੈਨੂੰ ਨਹੀਂ ਦੱਸਣਾ, ਇਹ ਮੇਰੀ ਮਜਬੂਰੀ। ਬੜਾ ਇਹ ਜੀਵ ਉਸਤਰੀ ਫਿਰ ਬੜਾ ਡਰ ਗਈ। ਉਹ ਕਹਿੰਦੇ ਡਰਨ ਦੀ ਗੱਲ ਨਹੀਂ, ਤੂੰ ਉਸ ਨਿਰਭਉ ਨਾਲ ਜੁੜ ਜਾ ਜਿਹੜਾ ਡਰ ਖਤਮ ਕਰ ਦੇਗਾ। ਤੂੰ ਮੇਰੇ ਤੋਂ ਡਰ ਨਾ। ਸਰਮਦ ਫਕੀਰ ਨੂੰ ਜਦੋਂ ਹੁਕਮ ਹੋਇਆ ਨਾ ਜਾਮਾ ਮਸਜਿਦ ਦੇ ਸਾਹਮਣੇ ਉਹਨੂੰ ਕਤਲ ਕਰੋ, ਕੱਪੜੇ ਤਾਂ ਕਦੇ ਪਾਈ ਨਹੀਂ ਜ਼ਿੰਦਗੀ 'ਚ, ਸਿਰਫ ਇੱਕ ਤੇੜ ਛੋਟਾ ਜਿਹਾ ਕੱਪੜਾ ਹੈ। ਸਰਮਦ ਫਕੀਰ ਨੂੰ ਜਦੋਂ ਸਾਹਮਣੇ ਜਲਾਦ ਆਇਆ, ਬੜਾ ਵੇਖ ਕੇ ਹੱਸਿਆ, ਬੜਾ ਹੱਸਿਆ। ਜਿਹੜੇ ਗੁਰਮੁਖ ਨੇ ਮਰਨਾ ਸਾਰਿਆਂ ਨਹੀਂ ਹੈ, ਪਰ ਮੌਤ ਵਿੱਚ ਅੰਤਰ ਹੈ। ਜਲਾਦ ਆਇਆ, ਉਹ ਸਾਹਮਣੇ ਨੰਗੀ ਤਲਵਾਰ ਲੈ ਕੇ ਖੜਾ, ਤਮਾਸ਼ਬੀਨ ਲੋਕ ਖੜਿਆ, ਔਰੰਗਜ਼ੇਬ ਦਾ ਹੁਕਮ ਹੈ। ਸਰਮਦ ਫਕੀਰ ਨੇ ਕਿਸੇ ਤੋਂ ਮਿਸ਼ਰੀ ਮੰਗਾਈ ਥੋੜੀ ਜੀ, ਜਲਾਦ ਨੂੰ ਕਿਹਾ ਵੀ ਆ ਲੈ ਮੂੰਹ ਮਿੱਠਾ ਕਰ। ਜਲਾਦ ਕਹਿੰਦਾ ਗੱਲ ਸੁਣ, ਮੈਂ ਜੱਦੀ ਪੁਸ਼ਤੀ ਜਲਾਦ ਆ, ਤੂੰ ਇਹ ਨਾ ਸੋਚੀ ਵੀ ਮਿਸ਼ਰੀ ਦਾ ਲਾਲਚ ਦੇ ਕੇ ਕੋਈ ਤਰਸ ਲੈ ਲਏਗਾ, ਮੇਰੇ ਮਨ 'ਚ ਕੋਈ ਦਇਆ ਪੈਦਾ ਕਰ ਲਏਗਾ, ਕੋਈ ਮੈਨੂੰ ਤੇਰੇ ਨਾਲ ਹਮਦਰਦੀ ਹੋ ਜਾਏਗੀ। ਕੁਛ ਇਹੋ ਜਿਹਾ ਨਹੀਂ, ਕੁਛ ਵੀ ਹੋਣ ਵਾਲਾ। ਮੈਨੂੰ ਹੁਕਮ ਹੈ, ਤੈਨੂੰ ਕਤਲ ਕਰਨ ਦਾ, ਮੈਂ ਕਰਨਾ ਹੀ ਹੈ। ਮਿਸ਼ਰੀ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਇਹ ਮੈਨੂੰ ਕਿਉਂ ਦੇ ਰਿਹਾ? ਸਰਮਦ ਫਕੀਰ ਕਹਿੰਦਾ ਮੈਂ ਇਸ ਕਰਕੇ ਮਿਸ਼ਰੀ ਦੇ ਰਿਹਾ, ਇੱਕ ਬੰਧਨ ਰਹਿ ਗਿਆ ਸੀ, ਬਾਕੀ ਬੰਧਨ ਤਾਂ ਮੈਂ ਜਪ ਤਪ ਕਰਕੇ ਤੋੜ ਲਏ। ਵਾਸ਼ਨਾਵਾਂ ਦੇ ਬੰਧਨ, ਵਿਕਾਰਾਂ ਦੇ ਬੰਧਨ, ਉਹ ਜਿਉਂਦੇ ਜੀ ਪ੍ਰਮਾਤਮਾ ਨੇ ਇੰਨਾ ਤਪ ਕਰਾਇਆ, ਸਾਰੇ ਤੋੜ ਲਏ। ਇੱਕ ਆ ਸਰੀਰ ਦਾ ਬੰਧਨ ਰਹਿ ਗਿਆ ਜਿਹੜਾ ਹੁਣ ਤੂੰ ਤੋੜ ਦੇਣਾ, ਇਸ ਲਈ ਮੈਂ ਤੇਰਾ ਮੂੰਹ ਮਿੱਠਾ ਕਰਾ ਰਿਹਾ।
मौत देख के कोई इदां दी अवस्था बन सकती है? मौत नूं वेख के कोई इन्ना चाह मनावे, मौत वेख के कोई मूँह मिठा करावे, कदे ये अवस्था हो सकती है? ये उन्हां दी हो सकती है जिन्हां ने जिउंदे जी मौत नूं जित लिया, जिन्हां ने काल दे काल मौत दे उपर हुक्म चलाउण वाले परमात्मा नाल जिन्हां ने सांझ पाली, ये अवस्था उन्हां दी हो सकती है। नहीं तो वड्डे वड्डे लोकां दे पैरां थल्लों जमीन निकल जाती है मौत का नाम सुन के। जदों डॉक्टर कहता ना जी हुण तां रब अगे अरदास करो, अपने हथ खड़े आ, उत्थे वड्डे वड्डे घबरा जांदे आ। तो महाराज साहब कहंदे आ जरारंग परमात्मा तू बुढ़ापे का वैरी आ, इत्थे बुढ़ापा सारिਆਂ ਨੂੰ आउंदा है, पर दुनिया दीयां कोशिशां ये हुंदियां कि हमेशा जवानी का पहरा, जवानी का समा बनया रहे। बुढ़ापे नूं कोई लाइक नहीं करता, बुढ़ापे नूं कोई पसंद नहीं करता। ईवन के लोग बुढ़ापे विच भी जवानी लभ रहे हुंदे। एक बजुर्ग बड़ा कुब्बा हो चुकिया, बुढ़ा हो चुकिया, जमीन दे विच हथ मार के कुछ लभ रहा मिट्टी चों। किसी नौजवाना ने ठट्ठा करके पूछया, बजुर्गो की लभ रहे हो? तुहाडी निगाह कमजोर, असीं लवाइए नाल, असीं मदद करिए तुहाडी। उस बजुर्ग ने ठंडा हौंका भर के थोड़ी जी गर्दन उतां उन्हां वल चुक के कहा, सी बच्चिओ इस मिट्टी च मेरी जवानी गवाच गई, वो लभ रहा, तुसीं ख्याल रखियो किते तुहाडी भी ना गवाच जाए। इस मिट्टी च मेरी जवानी गवाच गई, वो लभ रहा, तुसीं ख्याल करियो किते तुहाडी भी ना गवाच जाए। वड्डियां वड्डियां दे जोबन इस कित्ती जोबन प्रीत बिन सुक गए कमलाए। पता नहीं किन्ने क जोबन उस परमात्मा दी सिफत सलाह, उस परमात्मा दी सांझ तो बिना सुक गए आ। ख्याल करियो किते थोड़ा भी ना जोबन चलिया जाए। बड़े जोबन इत्थों जांदे वेखे आ, झपकी जरा आँख जवानी चली गई, बदली की छाव थी इधर आई उधर गई। ऐ मेरे मौला मैं तेरी दुनिया फानी देखी, जहाँ की हर चीज़ आनी जानी देखी। जो आके ना जाए वो बुढ़ेपा देखा, जो जाके ना आए वो जवानी देखी। बुढ़ापा एक बारी आ जाए उदू बाद की आ मौत। जवानी एक बारी चली जाए तो जो मर्जी कर लो वो वापस नहीं आती। बेड़ी दा पूर तरिंजण दियां कुड़ियां मुड़ नहीं बहना रल के, जेड़ा पानी एक बारी पतनों लंघ गया उन्हें मुड़ नहीं आना पल के। जो दिन आवे सो दिन जाही, वो दोबारे नहीं वो हथ विच आउंदा। तो महाराज कह रहा बुढ़ापा तो अपने आप विच ही एक रोग है भाई। नैनो नीर बह तन खीना, भये केस दुधवानी, रुदा कंठ शब्द नहीं उचरै। अब क्या करे प्रानी, राम राय हो है बैद बनवारी। अपने संत है लियो उवारी, अगले बचन सुनियो, माथे पीर शरीर जलन है। आ बुढ़ापा है। जेड़े कहते ना नाम जपना तो बजुर्गों का ही काम है, जदों बुढ़े हो गए उदों नाम दियां गल्लां वेखांगे। ते महाराज साहब कहते तीन अवस्थावां ने, बाल जवानी और बिरध फुन। पर इस गल का मान किवें करांगे, इस गल का दावा किवें करांगे कि तिन्ने असीं मानणियां ने। कई तो माँ की कुख विच ही चढ़ाई कर जाते आ, कई जन्म लैण सार अजे एक साथ इस धरती के अग लेंदे उदों चढ़ाई कर जाते आ। कई माँ की गोद विच खेडदे खेडदे चले जाते हैं। कई 8-10 सालों की उम्र च, कई 12-15 साल 20 पर कोई तकाजा थोड़ी है इस गल का कि असीं तीन अवस्थावां भोग के ही जाना है। महाराज कहते एडियां तीन अवस्थावां दा चलो ये शब्द आए ने कर्मां वाले, जिन्होंने मिल जान उदू वड्डे कर्म उन्हां दे जिहड़े तिन्ने सफल कर जान। बाबा बुढ़ा साहब जी तरह बचपन विच आए, बचपन भी सफल होया, जवानी गुरु घर विच लंघी, 125 साल की उम्र विच वो सचखंड बयाना करदे आ। उस दिन भी अंतला साह जिहड़ा है धन गुरु हरगोबिंद साहब की गोद विच लिया। ये कर्मां वालियां दीयां गल्लां ने। नहीं तो बादशाह कहते ने ये जरूरी नहीं कि तिन्ने अवस्था कोई भोग के जावे। चलो जे बुढ़ापे तक तू पहुँच गया फिर याद रखी, तू कहना ना बुढ़ापे च अमृत छकांगे, बुढ़ापे च गुरु घर जावांगे, बुढ़ापे च सेवा करांगे, बुढ़ापे विच बाणी सुनांगे। हुण तां दुनिया दे रंग राग मानण दा समय, हुण तां दुनिया दे जिहड़े पदार्थ ने इन्हां नूं खाण दा वक्त है। महाराज साहब कहंदे बुढ़ापा हुण सुण तां लै, बुढ़ापे दी अवस्था है की। भगत भीखन जी दे बचन ने, माथे पीर शरीर जलन है। बुढ़ापे विच की होना, मत्थे चों पीड़ नहीं जानी, शरीर जलन है। सारे शरीर विच जलन, सारे शरीर विच सड़ांद इन्नी बुरी होएगी तैनूं शांति किते नहीं मिलनी। किसी दवाई ने असर नहीं करना,
ਕਿਸੇ ਹੋਰ ਥੈਰੇਪੀ ਨੇ ਅਸਰ ਨਹੀਂ ਕਰਨਾ। ਦਿਨ ਰਾਤ ਜਿਵੇਂ ਕੋਈ ਅੱਗ ਦੇ ਅੰਗਿਆਰਾਂ ਤੇ ਪਿਆ ਹੋਵੇ, ਇਦਾਂ ਦੀ ਸੜਨ, ਇਦਾਂ ਦੀ ਜਲਣ ਹੋਣੀ ਵੀ ਅੰਦਰ ਹੈ। ਤੂੰ ਕਿਸੇ ਨੂੰ ਦਿਖਾ ਵੀ ਨਹੀਂ ਸਕਦਾ ਕਿ ਆਹ ਦੇਖੋ ਜਲਣ ਹੋ ਰਹੀ ਹੈ ਤੇ ਮੱਲਮ ਲਾ ਦਿਓ, ਕੋਈ ਅੰਦਰ ਹੋਣਗੇ ਜ਼ਖਮ। ਉਹ ਮਾਥੇ ਪੀਰ, ਸਰੀਰ ਜਲਣ ਹੈ। ਕਰਕ ਕਰੇਜੇ ਮਾਹੀ, ਕਰਕ ਕਹਿੰਦੇ ਨੇ ਦਰਦ ਨੂੰ। ਮਹਾਰਾਜ ਸਾਹਿਬ ਕਹਿੰਦੇ ਤੇਰੇ ਅੰਦਰੋਂ ਉਹ ਦਰਦ ਉੱਠਣਾ, ਉਹ ਪੀੜਾ ਜਿਹੜੀ ਅੰਦਰੋਂ ਜਨਮ ਲਏਗੀ, ਤੇ ਉਸ ਪੀੜਾ ਨੂੰ ਕਿਵੇਂ ਕਿਸੇ ਦੇ ਸਾਹਮਣੇ ਰੱਖ ਕੇ ਵਿਖਾਏਗਾ, ਕਿਵੇਂ ਉਹਦੇ ਤੇ ਮਲਮ ਲਵਾਏਗਾ, ਕਿਵੇਂ ਕਿਸੇ ਤੋਂ ਪੱਟੀਆਂ ਕਰਾਏਗਾ ਜਿਹਨੇ ਨਜ਼ਰ ਹੀ ਨਹੀਂ ਆਉਣਾ। ਸਾਰੀ ਸਾਰੀ ਰਾਤ ਤੇਰੀ ਹਾਏ ਹਾਏ ਸੀ ਕਰਦਿਆਂ ਲੰਘ ਜਾ ਕਰਨੀਆਂ, ਕਿਉਂਕਿ ਅੰਦਰੋਂ ਪੀੜਾਂ ਹੀ ਇੰਨੀਆਂ ਨਿਕਲਣੀਆਂ ਨੇ। ਆ ਬੁਢਾਪੇ ਦੀ ਅਵਸਥਾ ਹੈ। ਜ਼ਰੂਰੀ ਨਹੀਂ ਸਾਰਿਆਂ ਨਾਲ ਇਵੇਂ ਹੀ ਹੁੰਦਾ, ਪਰ ਬਹੁਤਾਤ ਗਿਣਤੀ 'ਚ ਇਵੇਂ ਹੀ ਹੁੰਦਾ, ਬਹੁਤਾਤ ਗਿਣਤੀ 'ਚ ਇਵੇਂ ਹੀ ਹੁੰਦਾ। ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾ ਯਾਲੋ। ਮਹਾਰਾਜ ਨੇ ਵੀ ਕਲੀਅਰ ਕਰ ਦਿੱਤਾ ਕਿ ਇਦਾਂ ਜਿਹੜੇ ਕਿਸ ਕਿਸ ਅੰਗ ਦਾ ਫਿਕਰ ਕਰੇਗਾ, ਹਰ ਅੰਗ ਵਿੱਚੋਂ ਚੀਸਾਂ ਨਿਕਲਣੀਆਂ ਨੇ। ਅੱਖਾਂ 'ਚੋਂ ਆਪਣੇ, ਕੰਨਾਂ 'ਚੋਂ ਆਪਣੀ, ਮੱਥੇ 'ਚੋਂ ਆਪਣੀ, ਲੱਤਾਂ ਬਾਹਾਂ ਨੇ ਇਹਨਾਂ ਨੇ ਜਵਾਬ ਦੇ ਜਾਣਾ। ਹਰ ਇੱਕ ਜਿੱਥੇ ਹੱਥ ਲਾਏਗਾ ਦਰਦਾਂ ਨਿਕਲਣਗੀਆਂ। ਨਾ ਬਹੁਤਾ ਸਮਾਂ ਪਿਆ ਜਾਣਾ, ਨਾ ਬੈਠਿਆ ਜਾਣਾ, ਨਾ ਖੜਿਆ ਜਾਣਾ, ਨਾ ਕੋਈ ਕੰਮ ਹੋਣਾ, ਦਰਦਾਂ ਹੀ ਦਰਦਾਂ। ਸਾਰੇ ਹੀ ਜਿਸਮ 'ਚ ਬੁਢੇਪੇ ਦਾ ਇੱਕ ਐਸਾ ਵੱਡਾ ਰੋਗ ਹੈ, ਸਾਰੇ ਜਿਸਮ 'ਚੋਂ ਪੀੜਾਂ ਨਿਕਲਣੀਆਂ। ਤਾਂ ਮਹਾਰਾਜ ਕਹਿੰਦੇ ਅਫਸੋਸ ਦੀ ਗੱਲ ਇਹ ਹੈ ਕਿ ਇਹਦਾ ਇਲਾਜ ਕੋਈ ਨਹੀਂ ਹੋਣਾ, ਇਹਦੀ ਦਵਾਈ ਵਾਕਾ ਔਖਦ ਨਹੀਂ। ਇਸ ਸਰੀਰ ਦੀ ਫਿਰ ਇਹਨਾਂ ਦਰਦਾਂ ਦੀ ਕਿਤੋਂ ਦਵਾਈ ਨਹੀਂ ਮਿਲਣੀ। ਮਹਾਰਾਜ ਕਹਿੰਦੇ ਮੈਨੂੰ ਅਫਸੋਸ ਇਸ ਗੱਲ ਦਾ ਕਿ ਹਲੇ ਵੀ ਇਸ ਸਰੀਰ ਦਾ ਤੂੰ ਮੋਹ ਨਹੀਂ ਛੱਡਦਾ, ਜਿਹੜੇ ਸਰੀਰ ਦਾ ਅੰਤ ਇਵੇਂ ਹੋਣਾ ਹੈ। ਮਾਥੇ ਪੀਰ, ਪੀੜਾ ਹੈ ਚਾਰ ਸਪੇਰੇ। ਬਜ਼ੁਰਗ ਆਦਮੀ ਛੇਤੀ ਘਬਰਾ ਜਾਂਦਾ ਹੈ, ਕਿਉਂਕਿ ਕੁਛ ਕਰਨਾ ਚਾਹੁੰਦਾ, ਕਰ ਕੁਛ ਸਕਦਾ ਨਹੀਂ, ਸਰੀਰ ਸਾਥ ਨਹੀਂ ਦੇ ਰਿਹਾ। ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ ਮੇਰੇ ਜੀਵ ਆਤਮਾ ਦੀ ਧਾਰ ਨਿਕਲ ਗਈ। ਬੜੀ ਉੱਚੀ ਕੁਰਲਾਇਆ। ਮੈਂ ਪੁੱਛਿਆ ਕੀ ਹੋਇਆ? ਕਹਿੰਦਾ ਮੇਰੇ ਇੰਨੇ ਮਿੱਤਰ ਨਾਲ ਆਏ, ਮੈਂ ਹਲੇ ਬੈਠਾ, ਇੱਕ ਇੱਕ ਕਰਕੇ ਮੈਨੂੰ ਛੱਡ ਗਏ। ਉਹਨੇ ਕਿਹਾ ਹਾਂਜੀ ਮਿੱਤਰ ਤਾਂ ਬੜੇ, ਫਲਾਨਾ ਤੁਹਾਡੇ ਨਾਲ ਜਨਮਿਆ ਉਹ ਵੀ ਚਲਿਆ ਗਿਆ, ਫਲਾਨਾ ਨਾਲ ਜਨਮਿਆ, ਉਹਨੇ ਬੰਦਿਆਂ ਦੇ ਨਾਲ। ਉਹ ਕਹਿੰਦਾ ਨਹੀਂ ਨਹੀਂ, ਜਿਹੜੇ ਸਰੀਰ ਨਾਲ ਆਏ ਸੀ। ਸਰੀਰ ਨਾਲ ਕੌਣ ਆਇਆ? ਬਾਬਾ ਸਾਹਿਬ ਦੇ ਬਚਨ ਚੱਬਣ ਦੰਦ ਨਾਲ ਆਏ ਸੀ। ਮੈਂ ਬੈਠਾ, ਨਿਕਲ ਗਏ। ਚੱਲਣ, ਪਹਿਲਾਂ ਤੁਰਿਆ ਨਹੀਂ ਸੀ ਜਾਂਦਾ, ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਲੱਤਾਂ ਨੇ ਇੰਨਾ ਸਾਥ ਦਿੱਤਾ, ਫਰੀਦਾ ਇੰਨੀ ਨਿੱਕੀ ਜੰਗੀਆ, ਥਲ ਡੂੰਗਰ ਭਾਵਿਓ, ਜਲਾਂ ਥਲਾਂ ਦੀ ਸੈਰ, ਪਹਾੜਾਂ ਦੀ ਸੈਰ, ਦੁਨੀਆ ਪਤਾ ਨਹੀਂ ਕਿੱਥੇ ਕਿੱਥੇ ਤੱਕ ਮੈਂ ਇਹਨਾਂ ਲੱਤਾਂ ਨਾਲ ਜਾ ਕੇ ਵੇਖ ਆਇਆ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਦਿਓ, ਅੱਜ ਇਹ ਲੱਤਾਂ ਇੰਨੀਆਂ ਬੇਵਸ ਹੋ ਗਈਆਂ, ਸਰਾਣੇ ਪਿਆ ਪਾਣੀ ਦਾ ਕੁੱਜਾ ਵੀ ਇਉਂ ਲੱਗਦਾ ਜਿਵੇਂ 100 ਕੋਹ ਤੇ ਪਿਆ ਹੋਵੇ, ਉਹ ਵੀ ਨਹੀਂ ਚੱਕਿਆ ਜਾ ਰਿਹਾ। ਆਪ ਦਵਾਈ ਚੁੱਕ ਕੇ ਖਾਣ ਜੋਗਾ ਨਹੀਂ ਰਿਹਾ, ਚਮਚਿਆਂ ਨਾਲ ਪਾਣੀ ਮੂੰਹ 'ਚ ਪਾਉਣਾ ਪਾ ਰਿਹਾ। ਬੁਢਾਪੇ ਦੀ ਅਵਸਥਾ ਹੈ। ਮੈਂ ਡਰਾ ਨਹੀਂ ਰਿਹਾ, ਗੁਰੂ ਸਾਹਿਬ ਦੇ ਬਚਨ ਨੇ। ਚੱਬਣ ਚੱਲਣ, ਲੱਤਾਂ ਨਾਲ ਆਈਆਂ, ਅੱਜ ਮੈਂ ਮੰਜੇ ਤੇ ਬੈਠਾ, ਲੱਤਾਂ ਵੀ ਨਾਲ ਨੇ, ਸਾਥ ਨਹੀਂ ਦੇ ਰਹੀਆਂ। ਰਤਨ, ਅੱਖਾਂ, ਪਰਮਾਤਮਾ ਨੇ ਇੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ। ਇਹਨਾਂ ਅੱਖਾਂ ਨੇ ਬੜਾ ਸੋਹਣਾ ਸੰਸਾਰ ਤੱਕਿਆ, ਬੜਾ ਕੁਛ ਇਹਨਾਂ ਅੱਖਾਂ ਨੇ ਤੱਕਿਆ। ਅੱਜ ਅੱਖਾਂ ਦੀ ਜੋਤ ਚਲੇ ਗਈ, ਅੱਖਾਂ ਦੀ ਵੇਖਣ ਦੀ ਸ਼ਕਤੀ ਘਟ ਗਈ। ਮਨ ਬੜਾ ਕੁਛ ਹਲੇ ਵੀ ਵੇਖਣਾ ਚਾਹੁੰਦਾ, ਪਰ ਅੱਖਾਂ ਸਾਥ ਛੱਡ ਗਈਆਂ। ਕੈਸੀ ਅਵਸਥਾ ਹੋਏਗੀ ਬੰਦੇ ਦੀ? ਇਹ ਤਾਂ ਕੋਈ ਗੁਰਮੁਖ ਹੈ ਜਿਹਨੂੰ ਇਸ ਗੱਲ ਦੀ ਖੁਸ਼ੀ ਹੋਵੇ ਵੀ ਚਲੋ ਅੱਖਾਂ ਇਹ ਵੱਡੀ ਰੁਕਾਵਟ ਪਾ ਰਹੀਆਂ ਸਨ, ਅੱਜ ਇਹ ਅੱਖਾਂ ਵੀ ਇਹ ਦਰਵਾਜ਼ਾ ਹੀ ਰੱਬ ਨੇ ਬੰਦ ਕਰ ਦਿੱਤਾ। ਨਾ ਕੋਈ ਮਾੜਾ ਕੁਛ ਵੇਖਣ ਦੇ, ਨਾ ਅੰਦਰ ਸੁਨੇਹਾ ਦੇਣ। ਹੁਣ ਤਾਂ ਅੰਦਰ ਬੈਠੇ ਪਰਮਾਤਮਾ ਨੂੰ ਵੇਖਾਂਗੇ। ਉਹ ਰੱਬ ਦਾ ਸ਼ੁਕਰ ਕਰਦੇ ਆ। ਨਹੀਂ, ਬਹੁਤਾਤ ਦੁਨੀਆ ਰੱਬ ਨੂੰ ਉਲਾਮੇ ਦਿੰਦੀ ਆ। ਆ ਦੇਖੋ ਬਾਬਾ ਫਰੀਦ ਸਾਹਿਬ ਕਹਿੰਦੇ ਜੀਵ ਆਤਮਾ ਕਿਵੇਂ ਤਾਹਾਂ ਮਾਰ ਰਿਹਾ। ਚੱਬਣ ਚੱਲਣ ਰਤਨ ਰੱਬਾ, ਹਲੇ ਹੋਰ ਬੜਾ ਕੁਛ ਵੇਖਣਾ ਸੀ, ਅੱਖਾਂ ਦੀ ਜੋਤ ਪਹਿਲਾਂ ਹੀ ਕਿਉਂ ਖਿੱਚ ਲਈ? ਅੱਖਾਂ ਬਣਵਾ ਵੀ ਬੜੀਆਂ ਲਈਆਂ, ਐਨਕਾਂ ਵੀ ਬੜੇ ਵੱਡੇ ਵੱਡੇ ਨਵ, ਤਾਂ ਵੀ ਨਜ਼ਰ ਨਹੀਂ ਆ ਰਿਹਾ। ਹੁਣ ਤਾਂ ਕੋਲ ਖੜੇ ਦੀ ਪਹਿਚਾਣ ਨਹੀਂ ਹੋ ਰਹੀ, ਆਵਾਜ਼ ਮਾਰ ਕੇ ਦੱਸਣਾ ਪੈਂਦਾ ਵੀ ਫਲਾਨਾ ਹੈ। ਜਿਹੜੀਆਂ ਅੱਖਾਂ ਦੂਰ ਦੂਰ ਤੱਕ ਆਪਣਾ ਬਗਾਨਾ ਵੇਖ ਲੈਂਦੀਆਂ ਸੀ, ਅੱਜ ਕੋਲ ਖੜੇ ਪਛਾਣੇ ਨਹੀਂ ਜਾਂਦੇ। ਅੱਖਾਂ ਵੀ ਸਾਥ ਛੱਡ ਗਈਆਂ। ਚੱਬਣ ਚੱਲਣ ਰਤਨ, ਕੰਨ, ਜਿਹੜੇ ਕੰਨਾਂ ਨਾਲ ਇੰਨਾ ਕੁਛ ਸੁਣਿਆ, ਅੱਜ ਜੀਵ ਆਤਮਾ ਅੰਦਰ ਬੈਠਾ, ਇਹ ਕੰਨ ਪਹਿਲਾਂ ਹੀ ਸੁਣਨ ਤੋਂ ਜਵਾਬ ਦੇ ਗਏ। ਕੰਨਾਂ 'ਚ ਮਸ਼ੀਨਾਂ ਵੀ ਲਵਾਈਆਂ, ਕਿਉਂਕਿ ਮਨ ਸੁਣਨਾ ਚਾਹੁੰਦਾ। ਹਲੇ ਚੰਗੀ ਗੱਲ ਹੁੰਦੀ ਜੇ ਕਹਿੰਦਾ ਵੀ ਦੁਨੀਆ ਦਾ ਤਾਂ ਹੁਣ ਬਹੁਤ ਕੁਝ ਸੁਣ ਲਿਆ, ਹੁਣ ਮਸ਼ੀਨ ਮੈਂ ਸਿਰਫ ਇਸ ਕਰਕੇ ਲਵਾਉਣੀ ਆ, ਸਵਾਏ ਗੁਰਬਾਣੀ ਤੋਂ ਕੁਝ ਨਹੀਂ ਸੁਣਨਾ।
कथा कीर्तन तो बिना मैं कुछ नहीं सुनना, हुण इस करके मशीन, पर ये मशीन इस करके लवाई, कहता लोग आउंदे आ मैनूं सुणदा नहीं की कहंदे आ, मशीन लवा दिओ। फलाना फलाना आउंदा मैनूं समझ नहीं आउंदी की कहंदे आ, इसलिए मशीन लवा दिओ। उस वेले तूं मशीन लवाउंदा पर बाणी सुणन लई लवा लैंदा, हो सकदा वो काम चंगी तरह कर जाती, पर वह भी तेरे यतन जेड़े निरार्थक होए। चब्बण चलन रतन से सुणियर बह गए। महाराज साहब कहते से सुणियर, कन भी जवाब दे गए, लत्तां भी जवाब, अखां भी जवाब, हर एक तेरा इंद्रा जवाब दे गया। हेड़े मोती ताहा से जानी चल गए। अज जीव आत्मा ताहा मार रहा कि मेरे नाल आए साथी मैनू छड्ड के चले गए, हुण मेरा की बनेगा। महाराज साहब कहते ताई मैं तेनों कहा सी कबीर, लूटना है तो लूट लै, राम नाम है लूट, फिर पाछे पछताओगे जो प्राण जाएंगे छूट। अज तेरे कोले वेला है, हुण तां तेरा इउं लग रहा जिवें मन की मन ही माहे रही, ना हर भजे ना तीर्थ सेवे, चोटी काल गई। अज तेरा बेवस होया शरीर तां इउं ही दस रहा कि मन दीयां गल्लां बहुत मन च रह गईयां। हुण ना किते तीर्थ जाया जाना, ना सत्संग विच जाया जाना, ना कोई बाणी पढ़ी जाणियां, ना सुनी जाणियां, ना गाई जाणियां। हुण मैं करां की? महाराज कहंदे इस अवस्था विच भी निराश ना होई। ये अवस्था राय बुलार दी भी आ गई सी, 100 साल दे नेड़े उम्र मंजी ते पिया, पर इस अवस्था उन्हें अरदास बड़े कमाल दी कीती। अरदास कीती धन गुरु नानक साहब, आ वेख मौत किवें सराणे आ खड़ी, मैं बिंद झट नूं चले जाना, पर मैं इस मौत अगे बेनती, तेरे अगे बेनती करदा। मौत नूं क्या, मौत मैं चलांगा जरूर तेरे नाल, पर तेरे नाल जाण तो पहला एक वार मैं गुरु नानक साहब दे दर्शन करने चाहना, मैनू एक बार अपने प्यारे नूं मिल लैण दे, फिर तेरे नाल ही चलांगा। मैं कहना अंत वेले किते इहो जी अरदास बन जाए, सतगुरु किते भी होण। गुरसिखो साडी ओ अंत वेले दी अरदास, अंतला समा साडा मरना संभालण वास्ते पहुँच जांदे आ। जिहदा मरना संभालण लई गुरु पहुँच जाए, फिर याद रखियो उन्हां दा मरना भी सफल हो जाता है, उन्हां दा बुढ़ापा भी सफल, उन्हां दी जवानी, ईवन के सारा जीवन सफल, जिन्हां ने अंत वेले भी गुरु अगे अरदास करके गुरु नूं बुला लिया। विशा थोड़ा लमेरा, इस तो अगली विचार नमस्तंग जरारंग, ये कल होर इनू थोड़ा जा विस्तार विच समझांगे, क्योंकि परमात्मा बुढ़ापे का वैरी है, उन्होंने बुढ़ापा नहीं पाउंदा, बाकी सारे संसार ते बुढ़ापा कब्जा कर लैंदा है। तो महाराज कृपा करन साडी उस परिपूर्ण परमात्मा तक पहुँच होवे, साडी तुहाडी उहदे नाल बण आवे, जिस करके लोक सुखीए परलोक सुहेले, नानक हर प्रभ आपे मेले दे भागी बन सकीए। होइयां बेअंत भुलां दी खिमा देहो सज्जण असीसड़ियां जो होवे। साहिब स्यों मेल आओ सारी संगत रल मिल के आनंद साहब की बाणी च हाजरी, फिर अरदास बेनती में जुड़ांगे जी। आनंद साहिब राम कली महला तीजा, आनंद इक ओंकार सतगुर प्रसाद।